ਸਵਾਗਤ। ਦੂਰਦਰਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਮੈਂ ਸ਼ਿਵਾਜੀ ਆਰੀਅਨ, ਮੈਂ ਹਾਂ ਪਰਮਵੀਰ। ਸ਼ਿਵਾ ਜੀ, ਤੁਸੀਂ ਵੀ ਪੜ੍ਹੇ ਹੋ, ਮੈਂ ਵੀ ਪੜ੍ਹੀ ਹਾਂ। ਤੁਸੀਂ ਇਹ ਦੱਸੋ ਕਿ ਤੁਹਾਨੂੰ ਪੜ੍ਹਨ ਦਾ ਸ਼ੌਂਕ ਸੀ ਜਾਂ ਫਿਰ ਪਾਸ ਹੋਣ ਵਾਸਤੇ ਪੜ੍ਹਦੇ ਸੀ? ਵੈਸੇ ਤਾਂ ਪੜ੍ਹਾਈ ਦਾ ਸ਼ੌਕ ਹੋਣਾ ਬਹੁਤ ਜ਼ਰੂਰੀ ਗੱਲ, ਔਰ ਮੈਨੂੰ ਵਾਕਈ ਪੜ੍ਹਨ ਦਾ ਸ਼ੌਕ ਸੀਗਾ। ਪਰ ਪਰਮਵੀਰ ਜੀ, ਦੁਨੀਆ 'ਚ ਕੁਝ ਵਿਦਿਆਰਥੀ ਇਸ ਤਰ੍ਹਾਂ ਦੇ ਹੁੰਦੇ ਨੇ, ਔਰ ਦੋਸਤੋ ਤੁਹਾਨੂੰ ਵੀ ਪਤਾ ਹੀ ਹੋਏਗਾ, ਜਿਹੜੇ ਪੜ੍ਹਾਈ ਨੂੰ ਰੋਚਕ ਤਰੀਕੇ ਨਾਲ, ਕਿਉਂਕਿ ਪੜ੍ਹਾਈ ਨੂੰ ਸ਼ੌਕ ਦੇ ਵਜੋਂ ਪੜ੍ਹਦੇ ਨੇ, ਇੰਟਰਸਟ ਲੈ ਕੇ ਪੜ੍ਹਦੇ ਨੇ। ਔਰ ਕੁਝ ਵਿਦਿਆਰਥੀ ਇਹੋ ਜਿਹੇ ਹੁੰਦੇ ਨੇ ਜਿਹੜੇ ਸਿਰਫ ਕਿਸੇ ਦਬਾਅ ਹੇਠ ਪੜ੍ਹਦੇ ਨੇ, ਔਰ ਕੁਝ ਵਿਦਿਆਰਥੀ ਅਜਿਹੇ ਵੀ ਹੁੰਦੇ ਨੇ ਜਿਹੜੇ ਸਿਰਫ ਕਿਸੇ ਨੌਕਰੀ ਲਈ ਜਾਂ ਰੋਜ਼ਗਾਰ ਪ੍ਰਾਪਤੀ ਲਈ ਪੜ੍ਹਦੇ ਨੇ। ਸੋ ਹਰ ਇੱਕ ਦੀ ਸੋਚ, ਹਰ ਇੱਕ ਦੀ ਮਨਸ਼ਾ ਵੱਖੋ ਵੱਖਰੀ ਹੁੰਦੀ ਹੈ। ਪਰ ਜਿਹੜੇ ਵਿਦਿਆਰਥੀ ਸਿਰਫ ਕਿਸੇ ਦਬਾਅ ਹੇਠ ਜਾਂ ਸਿਰਫ ਡਿਗਰੀ ਲੈਣ ਲਈ ਪੜ੍ਹਦੇ ਨੇ, ਉਹ ਕਿਤੇ ਨਾ ਕਿਤੇ ਪੜ੍ਹਾਈ ਦੇ ਵਿੱਚ ਆਪਣੀ ਰੋਚਕਤਾ ਖਤਮ ਕਰ ਬੈਠਦੇ ਨੇ, ਉਹਨਾਂ ਦਾ ਇੰਟਰਸਟ ਖਤਮ ਹੋ ਜਾਂਦਾ ਹੈ, ਔਰ ਫਿਰ ਪੜ੍ਹਾਈ ਜਿਹੜੀ ਇੱਕ ਬੋਝ ਬਣ ਜਾਂਦੀ ਹੈ। ਪਰ ਸਮੇਂ-ਸਮੇਂ 'ਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਾਸਤੇ ਨਵੀਆਂ ਸਿੱਖਿਆ ਨੀਤੀਆਂ, ਸਹੀ ਦਿਸ਼ਾ ਨਿਰਦੇਸ਼ ਜਿਹੜੇ ਹੈ ਉਹਨਾਂ ਨੂੰ ਇੱਕ ਅੱਛਾ ਵਿਦਿਆਰਥੀ ਬਣਾਉਂਦੇ ਆ, ਔਰ ਫਿਰ ਦੇਸ਼ ਦਾ ਭਵਿੱਖ ਜਿਹੜਾ ਉਜਵਲ ਹੁੰਦਾ ਹੈ। ਪਰਮਵੀਰ ਜੀ, ਕਿਸੇ ਨੇ ਸੋਚਿਆ ਸੀਗਾ ਕਿ ਇੱਕ ਛੋਟਾ ਜਿਹਾ ਬੱਚਾ ਜਦੋਂ ਆਪਣੇ ਮਾਂ-ਪਿਓ ਦੇ ਨਾਲ, ਰਾਜਸਥਾਨ ਦੇ ਜੈਪੁਰ ਦੇ ਬੱਚੇ ਦੀ ਗੱਲ ਕਰ ਰਹੇ ਜੀ, ਆਪਣੇ ਦਾਦਾ ਦਾਦੀ ਦੇ ਨਾਲ ਲੂਡੋ ਦੀ ਗੇਮ ਖੇਡਦਾ ਸੀ। ਕਿਸੇ ਨੇ ਵੀ ਨਹੀਂ ਸੋਚਿਆ ਸੀਗਾ ਕਿ ਇੱਕ ਦਿਨ ਉਹ ਇੱਕ ਐਸੀ ਬੋਰਡ ਗੇਮ ਬਣਾਏਗਾ ਜਿਹੜੀ ਆਪਣਾ ਨਾਮ ਬਣਾਏਗੀ, ਔਰ 200 ਖਾਨਿਆਂ ਤੋਂ ਵੱਧ ਵਾਲੀ ਉਹ ਬੋਰਡ ਗੇਮ ਇਸ ਵੇਲੇ 3 ਲੱਖ ਤੋਂ ਵਧੇਰੇ ਸਕੂਲੀ ਵਿਦਿਆਰਥੀਆਂ ਦਾ ਜਿਹੜਾ ਕੰਮ ਹੈ ਆਸਾਨ ਕਰ ਰਹੀ ਹੈ। ਉਹਨੇ ਇੱਕ ਖਾਸ ਵਿਸ਼ਾ ਜਿਹੜਾ ਹੈ ਉਹਦੀ ਪੜ੍ਹਾਈ ਬਹੁਤ ਆਸਾਨ ਕਰਤੀ ਹੈ। ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਦੇ ਜਿਹੜੇ ਕੁਛ ਏਰੀਆ ਨੇ ਉਹਨਾਂ ਨੂੰ ਬਹੁਤ ਵਧੀਆ ਬਣਾ ਦਿੱਤਾ ਹੈ। ਬਿਲਕੁਲ। ਔਰ ਸਿੱਖਿਆ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਰੋਚਕ ਕਿਵੇਂ ਬਣਾਈ ਜਾਵੇ, ਕਿਉਂਕਿ ਇਹ ਜਿਹੜੀ ਸਿੱਖਿਆ ਹੈ ਨਾ, ਇਹ ਜੇ ਰੋਚਕ ਨਾ ਹੋਵੇ ਤਾਂ ਬੋਰਿੰਗ ਹੋ ਜਾਂਦੀ ਹੈ। ਬੱਚਾ ਜਿਹੜਾ ਉਹਦਾ ਪੜ੍ਹਨ ਨੂੰ ਦਿਲ ਨਹੀਂ ਕਰਦਾ। ਇਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨੀਆਂ, ਕਿਉਂਕਿ ਪ੍ਰੋਗਰਾਮ ਦਾ ਵਿਸ਼ਾ ਹੀ ਹੈ ਕਿ ਪੜ੍ਹਾਈ ਨੂੰ ਜਿਹੜਾ ਰੋਚਕ ਕਿਵੇਂ ਬਣਾਇਆ ਜਾਵੇ ਜੀ। ਔਰ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਜਿਹੜੇ ਨੇ ਉਹ ਸ਼ਿਰਕਤ ਕਰ ਰਹੇ ਨੇ, ਮੌਜੂਦ ਨੇ। ਆਓ ਉਹਨਾਂ ਨਾਲ ਤਾਰਫ ਕਰਾਂਗੇ ਜੀ। ਡਾਕਟਰ ਰਸ਼ਮੀ ਵਿਜ ਜੀ, ਜੋ ਕਿ ਪ੍ਰਿੰਸੀਪਲ ਨੇ ਪੁਲਿਸ DAV ਜਲੰਧਰ ਦੇ, ਔਰ ਨਾਲ ਦੀ ਨਾਲ ਇੱਕ ਮਨੋਵਿਗਿਆਨਿਕ ਦੇ ਤੌਰ 'ਤੇ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਕਿਉਂਕਿ ਡਾਕਟਰੇਟ ਉਹਨਾਂ ਦੀ ਹੈ ਸਾਈਕੋਲੋਜੀ 'ਚ। ਨਿੱਘਾ ਸਵਾਗਤ ਕਰਦੇ ਹਾਂ ਡਾਕਟਰ ਜੀ। ਡਾਕਟਰ ਸਾਹਿਬ, ਆਪਾਂ ਸਾਰੀਆਂ ਗੱਲਾਂ ਤੁਹਾਡੇ ਤੋਂ ਜਿਹੜੀਆਂ ਜਾਣਨੀਆਂ, ਟਿਪਸ ਵੀ ਜਾਣਨੇ ਆ, ਕਿਵੇਂ ਰੋਚਕ ਬਣਾਇਆ ਜਾਵੇ ਪੜ੍ਹਾਈ ਨੂੰ। ਪਰ ਸਭ ਤੋਂ ਪਹਿਲਾਂ ਆਪਾਂ ਜਿਹੜੀ ਅਸਲ ਜਿਹੜੀ ਪੜ੍ਹਾਈ ਹੈ ਉਹਦਾ ਜਿਹੜਾ ਉਦੇਸ਼ ਹੈ ਉਹਦੇ ਬਾਰੇ ਗੱਲ ਕਰੀਏ ਕਿ ਕੀ ਜਿਹੜਾ ਪੜ੍ਹਾਈ ਦਾ ਉਦੇਸ਼ ਹੈ, ਔਰ ਕਿੰਨੇ ਕੁ ਅਸੀਂ ਉਹਦੇ 'ਤੇ ਖਰੇ ਉਤਰ ਰਹੇ ਹਾਂ ਸਟੂਡੈਂਟ ਲਾਈਫ ਦੀ ਜੇ ਗੱਲ ਕੀਤੀ ਜਾਵੇ। देखो जी, पढ़ाई का प्रमुख उद्देश्य एक अच्छा इंसान और सफल इंसान बनाना है, जेड़ी कि अपनी देश का एक अच्छा सिटीजन हो सके, नागरिक हो सके और देश वास्ते प्रोडक्टिव हो सके, कि अपनी जड़ा कंट्रीब्यूशन है, जड़ी अपने योगदान है वो समाज के और देश की तरक्की वास्ते पा सके। सो जे असी मोटे तौर पर कहिए प्रमुख जड़ा कारण है शिक्षा का, तो वो यही है। बाकी अजकल जड़ा असी उन्होंने व्यू करते हैं, असी उन्होंने नौकरी पाने का एक जरिया देखते हैं। जैसे किसी बच्चे ਨੂੰ ਪੁੱਛੋ ਤੂੰ ਕੀ बनना, ਜਿਹਦੇ ਜ਼ਿਆਦਾ ਪੈਸਾ ਕਮਾਇਆ ਜਾ ਸਕੇ, ਅਸੀਂ ਉਹਨੂੰ ਇੰਨਾ ਰਿਸਟ੍ਰਿਕਟ ਕਰਤਾ ਹੈ ਮਾਤਾ ਪਿਤਾ ਨੇ, ਪੂਰੇ ਸਮਾਜ ਨੇ, ਕਿਉਂਕਿ ਅਸੀਂ ਬਹੁਤ ਹੱਦ ਤੱਕ ਸਫਲਤਾ ਨੂੰ ਪੈਸੇ ਕਮਾਉਣ ਤੱਕ ਦਾ ਸੀਮਿਤ ਕਰਤਾ ਹੈ। ਜਿਹੜਾ ਉਹੀ ਵਿਅਕਤੀ ਸਫਲ ਹੈ ਜੋ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਂਦਾ ਹੈ, ਲੇਕਿਨ ਪੁਆਇੰਟ ਤੇ ਇਹ ਹੈ ਕਿ ਉਹ ਸਰੀਰਕ, ਮਾਨਸਿਕ ਔਰ ਭਾਵਨਾਤਮਕ ਤੌਰ ਤੇ ਵੀ ਵੈਲ ਐਡਜਸਟਡ ਹੋਣਾ ਚਾਹੀਦਾ ਜੀ। ਔਰ ਜ਼ਿੰਦਗੀ 'ਚ ਅਸੀਂ ਜੇ ਹੈਪੀਨੈਸ ਇੰਡੈਕਸ ਦੀ ਗੱਲ ਕਰੀਏ, ਉਹਦਾ ਜ਼ਿਆਦਾ ਹੋਣਾ ਚਾਹੀਦਾ ਔਰ ਵੈਲ ਐਡਜਸਟਡ ਇੰਡੀਵਿਜੂਅਲ ਹੋਣਾ ਚਾਹੀਦਾ, ਜਿਹਦੀ ਕਿ ਸਰਵਪੱਖੀ ਵਿਕਾਸ ਹੋਇਆ ਹੋਵੇ। ਤੇ ਐਜੂਕੇਸ਼ਨ ਦਾ ਪ੍ਰਮੁੱਖ ਰੋਲ ਉਹਦੀ ਸਰਵਪੱਖੀ ਵਿਕਾਸ ਕਰਨਾ ਹੈਗਾ ਜੀ। ਡਾਕਟਰ ਸਾਹਿਬ, ਤੁਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਆਪਣਾ ਯੋਗਦਾਨ ਦੇ ਰਹੇ ਹੋ, ਅੱਜ ਤੋਂ ਨਹੀਂ ਪਿਛਲੇ ਕਾਫੀ ਸਮੇਂ ਤੋਂ ਦੇ ਰਹੇ ਹੋ। ਜਿੰਨਾ ਤੁਹਾਡਾ ਅਨੁਭਵ ਹੈ, ਤੁਹਾਡੇ ਇੱਕ ਬਹੁਤ ਵਿਸ਼ਾਲ ਤੁਹਾਡਾ ਦਾਇਰਾ ਹੈ। ਅੱਜ ਦੇ ਸਮੇਂ ਦੇ ਵਿੱਚ, ਕਿਉਂਕਿ ਪਰਿਵਰਤਨ ਨਿਯਮ ਹੈ, ਜ਼ਰੂਰੀ ਹੈ, ਪਰ ਅੱਜ ਦੇ ਸਮੇਂ ਦੇ ਵਿੱਚ ਤੇ ਪੁਰਾਣੇ ਸਮੇਂ ਦੇ ਵਿੱਚ, ਥੋੜ੍ਹਾ ਜਿਹਾ ਪੁਰਾਣੇ ਸਮੇਂ ਦੇ ਵਿੱਚ ਇਹਨਾਂ ਪੜ੍ਹਾਈ ਦੇ ਖੇਤਰ ਦੇ ਵਿੱਚ ਕੁਝ ਫਰਕ? ਦੇਖੋ ਜੀ, ਮੇਰਾ ਖਿਆਲ ਹੈ ਕਿ ਪੜ੍ਹਾਈ ਤੇ ਇੱਕ ਇੱਦਾਂ ਦਾ ਵਿਸ਼ਾ ਹੈ ਕਿ ਜਿਹਦੇ 'ਤੇ ਲਗਾਤਾਰ ਅਸੀਂ ਜ਼ਿਕਰ ਕਰਦੇ ਰਹਿੰਦੇ ਹਾਂ, ਪ੍ਰਯਾਸ ਕਰਦੇ ਰਹਿੰਦੇ ਹਾਂ ਸਰਕਾਰਾਂ ਵੱਲੋਂ ਔਰ ਜਿਹੜੇ ਐਜੂਕੇਸ਼ਨਿਸਟ ਹੈ ਉਹਨਾਂ ਵੱਲੋਂ। और मैं एक कपलेट कहूँगी कि तालीम का शोर इतना, तहजीब पर जोर इतना। तालीम का शोर इतना, तहजीब पर जोर इतना, बरकत जो नहीं पड़ती नीयत की खराबी है। क्या बात, वाह, क्या बात है ना। तो खराबी तो साड़ी नीयत दी है, क्योंकि असी जोर तो बहुत ही पाया और शोर भी बहुत है ਉਹਦਾ। ਹੁਣ 2005 ਵਿੱਚ ਸਾਡੀ ਫਰੰਟ ਲਾਈਨ ਕਰਿਕੂਲਮ ਆਇਆ ਸੀ, ਜਿਹਦੇ ਵਿੱਚ ਬਹੁਤ ਸਾਰੀਆਂ ਰਿਕਮੈਂਡੇਸ਼ਨਸ ਕੀਤੀਆਂ ਗਈਆਂ ਸੀ, ਔਰ ਹੁਣ 2020 ਸਾਡੀ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਔਰ ਬਹੁਤ ਹੀ ਉਹਦੇ 'ਚ ਇਨਕਲਾਬੀ ਜਿਹੜੇ ਚੇਂਜ ਨੇ ਉਹ ਲਿਆਉਣ ਦਾ ਪ੍ਰਯਾਸ ਕੀਤਾ ਜਾ ਰਿਹਾ। ਕਿਉਂਕਿ ਜਦੋਂ ਅਸੀਂ ਬਾਹਰ ਦੇ ਮੁਲਕਾਂ 'ਚ ਔਰ ਇੰਡੀਆ ਦੀ ਪੜ੍ਹਾਈ ਦੇਖਦੇ ਹਾਂ, ਸਾਡੇ ਬੱਚੇ ਬਹੁਤ ਇੰਟੈਲੀਜੈਂਟ, ਬਹੁਤ ਮਿਹਨਤੀ ਨੇ,
ਪਰ ਜੇ ਅਸੀਂ ਇੰਟਰਨੈਸ਼ਨਲ ਲੈਵਲ ਤੇ ਦੇਖੀਏ ਤੇ ਅਸੀਂ ਪਿਛੜ ਜਾਂਦੇ ਹਾਂ। ਇਹਦਾ ਮਤਲਬ ਹੈ ਕਿ ਸਾਡੇ ਬੱਚਿਆਂ ਨੂੰ ਮਿਹਨਤ ਕਰਨ ਤੋਂ ਕੋਈ ਡਰ ਨਹੀਂ। ਮਾਂ-ਬਾਪ ਵੀ ਜਿੰਨਾ ਸਾਡੇ ਮੁਲਕ 'ਚ ਮਾਂ-ਬਾਪ ਜ਼ੋਰ ਦਿੰਦੇ ਨੇ ਪੜ੍ਹਾਈ ਤੇ ਔਰ ਪ੍ਰयास ਕਰਦੇ ਨੇ ਆਪਣੇ ਹੋਰ ਖਰਚੇ ਕੱਟ ਕੇ ਬੱਚੇ ਦੀ ਪੜ੍ਹਾਈ ਵੱਲ ਧਿਆਨ ਦਿੰਦੇ ਨੇ, ਉਹਨਾਂ ਅਸੀਂ ਅਲਟੀਮੇਟਲੀ ਸਾਡਾ ਬੱਚਾ ਜਿਹੜਾ ਹੈ ਉਹ ਇੰਟਰਨੈਸ਼ਨਲੀ ਉੱਚੀਆਂ ਅਹੁਦਿਆਂ ਤੇ ਕਿਉਂ ਨਹੀਂ ਪਹੁੰਚ ਸਕਦਾ ਜੀ। ਠੀਕ ਹੈ, ਜੇ ਅਸੀਂ ਬਾਹਰ ਵੀ ਜਾਂਦੇ ਹਾਂ ਤੇ ਅਸੀਂ ਮੈਨੂਅਲ ਲੇਬਰ ਹੀ ਕਿਉਂ ਕਰਨ ਲੱਗ ਪੈਂਦੇ ਹਾਂ। ਜੀ ਜੀ ਜੀ। ਸੋ ਇਹਦਾ ਮਤਲਬ ਹੈ ਕੁਝ ਤੇ ਸਾਡੀ ਐਜੂਕੇਸ਼ਨ 'ਚ ਕਮੀ ਹੈ ਜਿਹਨੂੰ ਸਾਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਜਿਹੜਾ NEP ਆਇਆ, ਨੈਸ਼ਨਲ ਐਜੂਕੇਸ਼ਨ ਪਾਲਿਸੀ ਆਈ ਹੈ ਨਵੀਂ, ਉਹਨੇ ਬਹੁਤ ਸਾਰੀਆਂ ਰਿਕਮੈਂਡੇਸ਼ਨਸ ਕੀਤੀਆਂ ਔਰ ਪ੍ਰयास ਜਾਰੀ ਹੈ ਔਰ ਉਹਦੀ ਬਹੁਤ ਟ੍ਰੇਨਿੰਗ ਵੀ ਕਰ ਰਹੀ ਹੈ ਸਰਕਾਰ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਅਸੀਂ ਉਹਦੇ ਜਿਹੜੇ ਪ੍ਰਮੁੱਖ ਪੁਆਇੰਟ ਨੇ ਉਹਨਾਂ ਬਾਰੇ ਅਵੇਅਰ ਕਰ ਸਕੀਏ। ਜੀ, ਇੱਕ ਬਾਰਕੋਡ ਕਰਕੇ ਪਾਲਿਸੀ ਨਵੀਂ ਜਿਹੜੀ, ਉਹਦੇ ਬਾਰੇ ਥੋੜਾ ਦੱਸੋ। ਐਕਚੁਅਲੀ ਇਟਸ ਨਾਟ ਬਾਰਕੋਡ, ਇਟ ਇਜ਼ ਕੋਡਿੰਗ। ਬਿਕਾਜ਼ ਦੇਖੋ ਅੱਜ ਜੋ ਅਸੀਂ ਗੱਲ ਕਰ ਰਹੇ ਹਾਂ ਕਿ ਪੁਆਇੰਟ ਇਹ ਹੈ ਕਿ ਇੰਟਰਨੈਸ਼ਨਲੀ ਬੱਚੇ ਨੇ ਸਕਸੈਸਫੁਲ ਹੋਣਾ, ਅਸੀਂ ਉਹਨੂੰ ਉਦਾਂ ਦੇ ਵਿਸ਼ੇ ਪੜ੍ਹਾਈਏ ਕਿਉਂਕਿ ਜਦੋਂ ਜਿੱਦਾਂ ਸ਼ਿਵਾ ਜੀ ਨੇ ਕਿਹਾ ਕਿ ਸਮੇਂ ਤੋਂ ਸਮੇਂ ਚੀਜ਼ਾਂ ਬਦਲਣੀਆਂ ਚਾਹੀਦੀਆਂ। ਅਸੀਂ ਜੇ ਉਹੀ ਵਿਸ਼ੇ ਪੜ੍ਹਾਈ ਜਾਵਾਂਗੇ ਜਿਹੜਾ ਕਿ ਜੌਬ ਮਾਰਕੀਟ ਨਾਲ ਰਿਲੇਟਡ ਹੀ ਨਹੀਂ ਹੈ, ਰਾਈਟ, ਤੇ ਉਹ ਫਿਰ ਉਦਾਂ ਦਾ ਵਿਸ਼ੇ ਪੜ੍ਹ ਕੇ ਬੱਚਾ ਜੌਬ 'ਚ ਜਾਏ ਤੇ ਉਹਨੂੰ ਪਤਾ ਚੱਲੇ ਕਿ ਮੈਨੂੰ ਤਾਂ ਨੌਕਰੀ ਨਹੀਂ ਮਿਲ ਰਹੀ। ਔਰ ਜਿੱਦਾਂ ਹੁਣ ਤੁਸੀਂ ਬੋਰਡ ਗੇਮ ਦੀ ਗੱਲ ਕਰ ਰਹੇ ਸੀ, ਅੱਜ ਛੋਟੇ-ਛੋਟੇ ਬੱਚੇ ਹੈ ਜਿਹੜੇ ਕਿ ਕੋਡਿੰਗ ਦੇ ਨਾਲ ਇੰਨੇ ਵੱਡੇ-ਵੱਡੇ ਕੰਪਿਊਟਰ ਸੌਫਟਵੇਅਰ ਬਣਾ ਰਹੇ ਨੇ। ਸੋ ਇਹਦੀ ਹੁਣ ਨੀਡ ਫੀਲ ਕਰੀ ਜਾ ਰਹੀ ਹੈ ਕਿ ਜੇ ਅਸੀਂ ਉਹਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਔਰ ਕੋਡਿੰਗ ਵਰਗੇ ਸਬਜੈਕਟ ਛੋਟੀ ਕਲਾਸਾਂ ਤੋਂ ਹੀ ਪੜ੍ਹਾਉਣਾ ਸ਼ੁਰੂ ਕਰ ਦਈਏ। ਬੱਚੇ ਜਿਹੜੇ ਅੱਜ ਦੇ ਜਨਰੇਸ਼ਨ ਦੇ ਬੱਚੇ ਪੈਦਾ ਹੋ ਰਹੇ ਨੇ ਉਹ ਹੋਰ ਦਿਮਾਗ ਲੈ ਕੇ ਪੈਦਾ ਹੋ ਰਹੇ ਨੇ ਜੀ, ਹੈ ਨਾ। ਅਸੀਂ ਤੁਸੀਂ ਛੋਟਾ ਜਿਹਾ ਬੱਚਾ ਦੇਖੋ, ਉਹ ਲੈਪਟਾਪ ਜਾਂ ਕੰਪਿਊਟਰ ਜਾਂ ਫੋਨ 2 ਸਾਲ ਦਾ ਬੱਚਾ ਵੀ ਵੱਡਿਆਂ ਤੋਂ ਬੈਟਰ ਚਲਾ ਲੈਂਦਾ ਹੈ ਨਾ। ਇਹਦਾ ਮਤਲਬ ਉਹਨੇ ਸਿੱਖਿਆ ਵੀ ਨਹੀਂ ਕਿਤੋਂ, ਪਰ ਉਹਨੂੰ ਆਉਂਦਾ ਹੈ। ਇਹਦਾ ਮਤਲਬ ਉਹ ਕੁਝ ਆਪਣੇ ਅੰਦਰ ਲੈ ਕੇ ਹੀ ਪੈਦਾ ਹੋ ਰਿਹਾ ਹੈਗਾ ਜੀ, ਰਾਈਟ। ਪ੍ਰੋਗਰਾਮ ਗੱਲਾਂ ਤੇ ਗੀਤ ਹੈ ਤੇ ਗੱਲਾਂ ਤੇ ਚੱਲ ਰਹੀਆਂ, ਬਹੁਤ ਖੂਬਸੂਰਤ ਗੱਲਾਂ ਕਰ ਰਹੇ ਹੋ। ਆਪਾਂ ਆਪਣੇ ਵਿਸ਼ੇ ਦੀ ਵੀ ਗੱਲ ਕਰਨੀ ਹੈ ਕਿਵੇਂ ਜਿਹੜੀ ਹੈ ਪੜ੍ਹਾਈ ਨੂੰ ਰੋਚਕ ਬਣਾਇਆ ਜਾਵੇ, ਪਰ ਫਿਲਹਾਲ ਸਮਾਂ ਹੋ ਗਿਆ ਇੱਕ ਗੀਤ ਦਾ। ਵੇਖਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਪਿਆਰਾ ਜਿਹਾ ਗੀਤ। ਹੌਲੀ ਹੌਲੀ ਪੌੜੀਆਂ ਤੇ ਚੜ੍ਹਨਾ ਸਿਖਾਇਆ, ਅਸੀਂ ਤੈਨੂੰ ਲਿਖਣਾ ਤੇ ਪੜ੍ਹਨਾ ਸਿਖਾਇਆ। ਹੌਲੀ ਹੌਲੀ ਪੌੜੀਆਂ ਤੇ ਚੜ੍ਹਨਾ ਸਿਖਾਇਆ, ਤੂੰ ਚੜ੍ਹ ਕੇ ਉਹ ਆਕਾਸ਼, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ। ਸਾਡੀਆਂ ਹੀ ਬਿੱਲੀਆਂ ਮਿਆਉ ਸਾਨੂੰ ਕਹਿੰਦੀਆਂ, ਉਂਗਲੀ ਫੜਾਈਏ ਜਦੋਂ ਪਹੁੰਚਾ ਫੜ ਲੈਂਦੀਆਂ। ਸਾਡੀਆਂ ਹੀ ਬਿੱਲੀਆਂ ਮਿਆਉ ਸਾਨੂੰ ਕਹਿੰਦੀਆਂ, ਉਂਗਲੀ ਫੜਾਈਏ ਜਦੋਂ ਪਹੁੰਚਾ ਫੜ ਲੈਂਦੀਆਂ। ਬਾਹਰੋਂ ਮਿੱਠੀਆਂ ਤੇ ਅੰਦਰੋਂ ਖਟਾਸ, ਬਾਹਰੋਂ ਮਿੱਠੀਆਂ ਤੇ ਅੰਦਰੋਂ ਖਟਾਸ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ। ਤੇਰੇ ਕੋਲ ਤਾਨਪੁਰੇ ਸਾਡੇ ਕੋਲ ਖੰਜਰੀ, ਕਿੰਨਾ ਚਿਰ ਵੇਖਾਂਗੇ ਕਲੋਲ ਕਰੂ ਕੰਜਰੀ। ਤੇਰੇ ਕੋਲ ਤਾਨਪੁਰੇ ਸਾਡੇ ਕੋਲ ਖੰਜਰੀ, ਕਿੰਨਾ ਚਿਰ ਵੇਖਾਂਗੇ ਕਲੋਲ ਕਰੂ ਕੰਜਰੀ। ਕਦੇ ਭੁੱਲੀਏ ਨਾ ਆਪਣੀ ਔਕਾਤ, ਕਦੇ ਭੁੱਲੀਏ ਨਾ ਆਪਣੀ ਔਕਾਤ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ, ਖੇਲ ਕਮਾ ਕੇ ਤੈਨੂੰ ਪਾਸ, ਹੁਣ ਤੈਨੂੰ ਕੀ ਆਖਾਂ। ਜੱਟੀ ਆਇਆ ਆਈ ਤੇ ਸੁਹਾਗੇ ਉੱਤੇ ਮਾਣ ਨਹੀਂ, ਲੰਘ ਜਾਵੇ ਹਾਥੀ ਨਹੀਂ ਤੇ ਪੂਛ ਦਿੰਦਾ ਜਾਣ ਨਹੀਂ। ਜੱਟੀ ਆਇਆ ਆਈ ਤੇ ਸੁਹਾਗੇ ਉੱਤੇ ਮਾਣ ਨਹੀਂ, ਲੰਘ
ਮੁੱਕ ਜਾਵੇ ਹਾਥੀ ਨਹੀਂ ਤੇ ਪੂਛ ਦਿੰਦਾ ਜਾਣੀ ਅਸੀਂ ਹੁੰਨੇ ਆ ਗੁਰਾਂ ਦੇ ਦਾਸ ਅਸੀਂ ਹੁੰਨੇ ਆ ਗੁਰਾਂ ਦੇ ਦਾਸ ਵੇ ਹੁਣ ਤੈਨੂੰ ਕੀ ਆਖਾਂ ਹੇਲ ਕਵਾਂ ਕਿ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ ਹੇਲ ਕਵਾਂ ਕਿ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ। ਜੀ ਦੋਸਤੋ, ਮੁੜ ਸਵਾਗਤ ਹੈ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਔਰ ਅੱਜ ਸਾਡਾ ਵਿਸ਼ਾ ਚੱਲ ਰਿਹਾ ਪੜ੍ਹਾਈ ਨੂੰ ਰੋਚਕ ਕਿਸ ਤਰ੍ਹਾਂ ਬਣਾਇਆ ਜਾ ਸਕਦਾ, ਰੋਚਕ ਬਣਾਉਣ ਦੇ ਤਰੀਕਿਆਂ ਤੇ ਗੱਲਬਾਤ ਹੋ ਰਹੀ ਹੈ ਜੀ। ਔਰ ਇਸ ਗੱਲਬਾਤ ਦੇ ਵਿੱਚ ਸਾਡੇ ਨਾਲ ਸ਼ਿਰਕਤ ਕਰ ਰਹੇ ਨੇ ਡਾਕਟਰ ਰਸ਼ਮੀ ਵੀਰ ਜੀ, ਜੋ ਕਿ ਪੁਲਿਸ DIV ਜਲੰਧਰ ਤੋਂ ਅੱਜ ਸਾਡੇ ਇਸ ਸਟੂਡੀਓ ਦੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਨੇ। ਬਹੁਤ ਅੱਛੀਆਂ ਗੱਲਾਂ ਪਤਾ ਚੱਲ ਰਹੀਆਂ। ਇੱਕ ਵਾਰੀ ਫਿਰ ਤੋਂ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਸਿੱਖਿਆ ਦੀ ਬਦਲਾਵ ਦੀ ਤੁਸੀਂ ਗੱਲ ਕੀਤੀ, ਪੁਰਾਣੇ ਸਮੇਂ ਦੀ ਔਰ ਅੱਜ ਦੇ ਸਮੇਂ ਦੀ, ਤੇ ਸਿੱਖਿਆ ਨੂੰ ਰੋਚਕ ਬਣਾਉਣ ਦੇ ਜਿਹੜੇ ਤਰੀਕੇ ਆ ਉਹਨਾਂ ਵਿੱਚ ਵੀ ਕੀ ਬਦਲਾਵ ਆਇਆ ਹੈ? ਕਿਵੇਂ ਸਿੱਖਿਆ ਨੂੰ ਰੋਚਕ ਬਣਾਇਆ ਜਾਵੇ? ਬਹੁਤ ਹੀ ਅੱਛਾ ਸਵਾਲ ਹੈ ਪਰਮਵੀਰ, ਬਿਕਾਜ਼ ਇਹੀ ਸਾਡਾ ਅੱਜ ਦਾ ਵਿੱਚ ਮੇਨ ਕੰਸਰਨ ਹੈ। ਜਦੋਂ ਅਸੀਂ ਪਹਿਲੇ ਗੱਲ ਕੀਤੀ ਕਿ ਬੱਚੇ ਜਿਹੜੇ ਹੈ ਉਹ ਇੰਟਰਨੈਸ਼ਨਲ ਸਟੈਂਡਰਡ ਤੇ ਨਹੀਂ ਪੜ੍ਹ ਸਕਦੇ, ਤੇ ਸਾਨੂੰ ਆਣਾ ਕਿ ਕਿਉਂ ਨਹੀਂ ਪੜ੍ਹ ਸਕਦੇ, ਪੜ੍ਹ ਪਾ ਰਹੇ ਆ, ਤੇ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਇੰਨੇ ਐਗਜ਼ਾਮਸ ਓਰੀਐਂਟਡ ਰਹੇ ਹਾਂ। ਸਾਡਾ ਹਮੇਸ਼ਾ ਸਿੱਖਿਆ ਨੂੰ, ਅਸੀਂ ਜੇ ਬੱਚੇ ਨੂੰ ਪੁੱਛੋ ਕੀ ਹੈ ਜੀ ਕਲਾਸ 'ਚ ਪੜ੍ਹਿਆ, ਐਗਜ਼ਾਮ ਦਿੱਤਾ, ਔਰ ਕਈ ਵਾਰ ਕਿਸੇ ਬੱਚੇ ਨੂੰ ਅਸੀਂ ਪੁੱਛਦੇ ਹਾਂ ਬੇਟਾ ਇਹ ਤਾਂ ਤੂੰ ਪੜ੍ਹਿਆ ਹੋਇਆ, ਉਹ ਕਹਿੰਦਾ ਨਹੀਂ ਮੈਂ 7ਵੀਂ 'ਚ ਪੜ੍ਹਿਆ ਸੀ, ਐਗਜ਼ਾਮ ਦਿੱਤੇ ਭੁੱਲ ਗਿਆ। ਔਰ ਜਦ ਕਿ ਉਹ ਪੜ੍ਹਾਈ ਉਹਦੇ ਜੀਵਨ ਪਰ ਉਹਦੇ ਨਾਲ ਰਹਿਣੀ ਚਾਹੀਦੀ ਹੈ। ਜੋ ਜੇ ਅਸੀਂ ਗੱਲ ਸਮਝ ਲਈ, ਜੇ ਅਸੀਂ ਅੱਜ ਪਲੈਨਟਸ ਦੇ ਬਾਰੇ ਜਾਨਣਾ ਚਾਹ ਰਹੇ ਹਾਂ ਜਾਂ ਅਰਥ ਦੇ ਬਾਰੇ ਜਾਨਣਾ ਚਾਹ ਰਹੇ ਹਾਂ, ਅਸੀਂ ਇਸ ਕਰਕੇ ਪੜ੍ਹਾ ਰਹੇ ਹਾਂ ਕਿ ਮੈਨੂੰ ਆ ਜੀਵਨ ਇਹ ਚੀਜ਼ਾਂ ਦੀ ਜ਼ਰੂਰਤ ਹੈ ਜੀ, ਰਾਈਟ। ਕਿ ਮੈਂ ਹਿਸਟਰੀ ਪੜ੍ਹ ਰਿਹਾ, ਮੈਨੂੰ ਜੇ ਆਪਣੀ ਫਰੀडम ਸਟਰਗਲ ਬਾਰੇ ਪੂਰੀ ਜੀਵਨ ਪਤਾ ਹੋਣਾ ਚਾਹੀਦਾ, ਯਾਦ ਰਹਿਣਾ ਚਾਹੀਦਾ ਹੈ ਕਿ ਸਾਡੇ ਕਿੱਦਾਂ ਸੈਕਰੀਫਾਈਸਿਸ ਕੀਤੇ, ਕਿਹੜੇ ਸਾਡੇ ਨੇਤਾ ਸੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਔਰ ਕਿੱਦਾਂ ਸਾਨੂੰ ਆਜ਼ਾਦੀ ਦਿਲਾਈ, ਤਾਂ ਹੀ ਆਪਣੀ ਅਸੀਂ ਆਜ਼ਾਦੀ ਨੂੰ ਵੈਲਿਊ ਕਰ ਪਾਵਾਂਗੇ। ਠੀਕ ਹੈ, ਤੇ ਜੇ ਮੈਂ ਉਹਨੂੰ ਇਮਤਿਹਾਨ ਵਾਸਤੇ ਪੜ੍ਹਿਆ ਔਰ ਮੈਂ ਇਮਤਿਹਾਨ 'ਚ ਰੱਟਾ ਮਾਰਿਆ ਔਰ ਜਿੰਨੇ ਨੰਬਰ ਦਾ ਕੁਐਸਚਨ ਆਇਆ ਮੈਂ ਪੂਰਾ ਦਾ ਪੂਰਾ ਜਿੱਦਾਂ ਕਿਤਾਬ 'ਚ ਲਿਖਿਆ ਸੀ ਮੈਂ ਉਹਨੂੰ ਜਵਾਬ 'ਚ ਲਿਖਦਾ, ਮੇਰੇ ਨੰਬਰ ਆ ਗਏ। ਔਰ ਆਮ ਤੌਰ ਤੇ ਕੀ ਹੁੰਦਾ ਕਿ ਮਾਤਾ ਪਿਤਾ ਵੀ ਖੁਸ਼ ਹੋ ਜਾਂਦੇ, ਟੀਚਰ ਵੀ ਖੁਸ਼ ਹੋ ਜਾਂਦਾ ਔਰ ਬੱਚਾ ਵੀ ਖੁਸ਼ ਹੋ ਜਾਂਦਾ ਕਿ ਮੇਰੇ ਬੜੇ ਅੱਛੇ ਨੰਬਰ ਆ ਰਹੇ। ਜਦੋਂ ਉਹ ਤੁਹਾਡੀ ਉਮਰ 'ਚ ਪਹੁੰਚਦਾ ਹੈ, ਕਿਤੇ ਗੱਲ ਹੋ ਰਹੀ ਹੁੰਦੀ ਹੈ ਆਜ਼ਾਦੀ ਦੀ, ਫਰੀडम ਸਟਰਗਲ ਦੀ, ਅਸੀਂ ਉਹਨੂੰ ਪ੍ਰਸ਼ਨ ਪੁੱਛ ਲਈਏ ਕਿ ਮੈਂ ਆਮ ਤੌਰ ਤੇ ਮੈਂ MA ਹਿਸਟਰੀ ਕਰਕੇ ਵੀ ਮੇਰੇ ਕੋਲ ਲੋਕ ਆਉਂਦੇ, ਮੈਂ ਪੁੱਛਦੀ ਹਾਂ ਕਿ ਅੱਛਾ ਵੀ ਜਿਹੜੀ ਹੈ ਮਿਊਟਨੀ ਸੀ ਕਿ ਰਿਵੋਲਟ ਸੀ, ਫਰਸਟ ਵਾਰ ਆਫ ਇੰਡੀਪੈਂਡੈਂਸ ਕਦੋਂ ਹੋਈ, ਕਿੱਦਾਂ ਹੋਈ, ਮੈਨੂੰ ਹੈਰਾਨਗੀ ਹੋ ਜਾਂਦੀ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਅੱਛਾ ਜੀ। ਹਾਂ, तो मैं सोचती हाँ कि ये एक अच्छा नागरिक होने वास्ते कितना जरूरी है कि सानू अपनी पूरी फ्रीडम स्ट्रगल किसी भी उम्र च याद होवे जी, है ना। आज असी अपनी आज़ादी नो वैल्यू ही नहीं करते क्योंकि सानू याद ही नहीं है। जे मैनू कोई कहे हाँ मैं पढ़िया सी, मैनू आम तौर पर लाइक लोग कहणगे मंगल पांडे, मैं उन्होंने कहनी अच्छा तू मंगल पांडे दी पिक्चर देखी है, तेनू सिर्फ सारे ओदे च मंगल पांडे याद रह गया, है ना। तो यह पिक्चर देखने का प्रभाव है जी, ठीक है ना। जे उन्होंने रोचक बनाता, जदों मंगल पांडे ते मूवी बन गई और उन्होंने इन्नी रोचक तक ते ओदा रोल सारा याद रह जाता है क्योंकि मैं मूवी च देखा। और बाकी मैं कई बार कहनी हाँ कि लक्ष्मीबाई ने की रोल प्ले किया या होई क्यों शुरू, कित्थों शुरू हुई, जिहड़े साडे सिपाही सी ओ की उन्हां दा रिवोल्ट क्यों होया, सो ओ गल्लां सारियां भुल जांदियां। ठीक है, तो इस करके उन्हें रोचक बनाने वास्ते असी मूवीज दिखाइए, असी ओदी एनैक्टमेंट कराइए कि कोई विच रानी झांसी बन जाए, कोई ओदे च मंगल पांडे बन जाए, स्कूल ही एफर्ट कर सकता है या कॉलेज कर सकता है। जदों ओ आप क्लास च उन्हें ओ रोल एनैक्ट कीता होएगा और सारी बाकी क्लास ने बैठ के देखा होएगा। एक अंग्रेजी कहावत है कि जो मैं सुनदा मैनू याद नहीं रहता, जो मैं देखदा मैनू काफी हद तक याद रहता है, और जो मैं हथी कर लेना वो मैनू आजीवन पर याद रहता है ना। What I see, I forget. What I hear, I forget. What I see, I remember. But what I do, I never forget. राइट, मतलब खास तौर पे ਅਸੀਂ ਜਿਹੜੇ ਮਾਰਕਸ ਦੇ ਉੱਤੇ ਜ਼ਿਆਦਾ ਧਿਆਨ ਰੱਖਦੇ ਹਾਂ ਜੀ, ਬਿਲਕੁਲ ਪ੍ਰੈਕਟੀਕਲ ਨੌਲੇਜ ਨਹੀਂ, ਔਰ ਉਹ ਤਦ ਹੀ ਆਏਗੀ ਜੇ ਅਸੀਂ ਉਹਨੂੰ ਰੋਚਕ ਬਣਾਵਾਂਗੇ ਔਰ ਉਹਨੂੰ ਪ੍ਰੈਕਟੀਕਲੀ ਕਰਕੇ ਦੇਖਾਂਗੇ ਔਰ ਦਿਖਾਵਾਂਗੇ। ਡਾਕਟਰ ਸਾਹਿਬ, ਰੋਚਕ ਬਣਾਉਣ ਲਈ ਇੱਕ ਜਿਹੜਾ ਆਰਟਸ ਦਾ ਜਿਹੜਾ ਸਹਾਰਾ ਲਿਆ ਜਾ ਰਿਹਾ ਐਂਟੀ ਇੰਟੈਗ੍ਰਿਟੀ, ਉਹਦੇ ਬਾਰੇ ਸਾਨੂੰ ਦੱਸੋ। ਜਿਹੜੀ ਮੈਂ ਜਿੱਦਾਂ ਨਈ ਐਜੂਕੇਸ਼ਨ ਪਾਲਿਸੀ 'ਚ ਕਹਿ ਰਹੀ ਸੀ, ਉਹਦੇ 'ਚ ਆਰਟ ਇੰਟੀਗ੍ਰੇਸ਼ਨ ਤੇ ਬਹੁਤ ਜ਼ਿਆਦਾ ਜ਼ੋਰ ਹੈ ਕਿ ਜਿੰਨੀਆਂ ਵੀ ਸਾਡੀਆਂ ਕਲਾਵਾਂ ਨੇ, ਚਾਹੇ ਉਹ ਵਿਜ਼ੂਅਲ ਆਰਟ ਹੈ ਜਿਹੜਾ ਅਸੀਂ ਡਰਾਇੰਗ ਕਰਦੇ ਹਾਂ, ਪੇਂਟਿੰਗ ਕਰਦੇ ਹਾਂ, ਜਾਂ ਸਾਡਾ ਮਿਊਜ਼ਿਕ ਹੈ, ਡਾਂਸ ਹੈ ਜਾਂ ਡਰਾਮਾ ਹੈ, ਇਹਨੂੰ ਸਮਿਲਿਤ ਕਰਕੇ ਜੇ ਅਸੀਂ ਇਹਨੂੰ ਐਜੂਕੇਸ਼ਨ ਦਾ ਪਾਰਟ ਅਸੀਂ ਇੱਦਾਂ ਕਰਦੇ, ਅਸੀਂ ਡਾਂਸ ਸਿਖਾਤਾ, ਡਰਾਮਾ ਸਿਖਾਤਾ ਜਾਂ ਮਿਊਜ਼ਿਕ ਸਿਖਾਤਾ, ਲੇਕਿਨ ਅਸੀਂ ਜਿਹੜੇ ਵਿਸ਼ੇ ਆ ਇਹਦੇ ਥਰੂ ਪੜ੍ਹਾਈਏ ਜੀ।
ਪੁਆਇੰਟ ਇਹ ਹੈ ਕਿ ਜਿਹੜੇ ਅਸੀਂ ਵੇਰੀਅਸ ਵਿਸ਼ੇ ਹੈ ਨਾ ਉਹ ਇਹਦੇ ਥਰੂ ਪੜਾਈਏ। ਜਿੱਦਾਂ ਕਿ ਮੈਂ ਕਹਿ ਰਹੀ ਸੀ ਕਿ ਜੇ ਬੱਚੇ ਨੇ ਡਰਾਮਾ ਕਰ ਲਿਆ ਹਿਸਟਰੀ ਦੇ ਉੱਪਰ, ਰਾਈਟ, ਤੇ ਉਹਨੂੰ ਕਦੀ ਨਹੀਂ ਭੁੱਲੇਗਾ। ਜੇ ਉਹਨੇ ਵਿੱਚ ਅਸੀਂ ਉਹਦੇ ਚ ਡਰਾਇੰਗਸ ਵੀ ਲਾਈਏ ਕਿ ਉਹਨੇ ਉਹਨੂੰ ਡਰਾ ਕਰਕੇ ਦੇਖਿਆ ਇਦਾਂ ਦੀ ਚੀਜ਼ਾਂ ਨੂੰ, ਜਿੱਦਾਂ ਮਹਿੰਜੋ ਦਾੜੋ ਬਾਰੇ ਉਹ ਪੜ ਰਿਹਾ ਹੈ ਤੇ ਉਹ ਆਪ ਜਾ ਕੇ ਉਹਦੀ ਕਿੱਦਾਂ ਐਕਸਕੇਵੇਸ਼ਨ ਹੋਈ, ਕਿੱਦਾਂ ਦੀਆਂ ਇੱਟਾਂ ਨਿਕਲੀਆਂ, ਜੇ ਉਹ ਇੱਟਾਂ ਹੀ ਕਲਾਸ ਚ ਬਣਾ ਲੈਂਦੇ ਬੱਚੇ ਮਿਲ ਕੇ ਜਾਂ ਟੀਚਰ ਇੱਟਾਂ ਹੀ ਲੈ ਆਂਦਾ ਕਲਾਸ ਚ, ਮੈਨੂੰ ਨਹੀਂ ਲੱਗਦਾ। ਔਰ ਕੀ ਹੁੰਦਾ ਕਿ ਥੋੜਾ ਜਿਹਾ ਵੀ ਜੇ ਅਸੀਂ ਉਹਦੇ ਚ ਇੰਟਰਸਟ ਔਰ ਇੰਟਰਸਟਿੰਗ ਬਣਾ ਦਈਏ ਨਾ ਤੇ ਮੈਨੂੰ ਉਹ ਸਾਰੀ ਗੱਲ ਭੁੱਲਦੀ ਨਹੀਂ ਹੈ, ਰਾਈਟ। ਮੈਂ ਲੋਕਾਂ ਨੂੰ ਕਈ ਵਾਰ ਕਹਿੰਦੀ ਹਾਂ ਕਿ ਇੰਪੈਕਟ ਆਫ ਸਟੋਰੀ ਦੇਖੋ ਹਿਊਮਨ ਮਾਈਂਡ ਤੇ, ਕਿ ਅਸੀਂ ਜਦੋਂ ਇੱਕ ਪਿਕਚਰ ਦੇਖਦੇ ਆ ਉਹਦੇ ਚ ਹੀਰੋ ਮਰ ਰਿਹਾ ਅਸੀਂ ਰੋਈ ਜਾਂਦੇ ਆ, ਸਾਨੂੰ ਪਤਾ ਨਾਟਕ ਚੱਲ ਰਿਹਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਇਨਵੋਲਵਮੈਂਟ ਹੋ ਜਾਂਦੀ ਹੈ ਸਾਡਾ। ਅਸੀਂ ਇੰਨੇ ਪ੍ਰੋਗਰਾਮਡ ਆ ਸਟੋਰੀ ਵਾਸਤੇ ਕਿ ਅਸੀਂ ਰਾਤ ਵੀ ਸੁਪਨੇ ਚ ਵੀ ਸਟੋਰੀਆਂ ਬਣਾ ਲੈਂਦੇ ਆ। ਸਹੀ ਗੱਲ ਹੈ ਨਾ, ਸਵੇਰੇ ਉੱਠ ਕੇ ਸੁਣਾਉਂਦੇ ਆ ਤੇ ਅਸੀਂ ਬਾਕੀ ਸ਼ਾਇਦ ਜਿੰਨਾ ਯਾਦ ਹੋਏ ਬਾਕੀ ਅਸੀਂ ਆਪ ਸਟੋਰੀ ਕ੍ਰੀਏਟ ਕਰ ਲੈਂਦੇ ਆ। ਸੋ ਇੰਨਾ ਇੰਪੈਕਟ ਹੈ ਹਿਊਮਨ ਬੀਇੰਗ। ਜਿਵੇਂ ਛੋਟੇ ਬੱਚੇ ਨੂੰ ਤੁਸੀਂ ਕਹੋ ਚਲ ਆ ਮੈਂ ਤੈਨੂੰ ਕਹਾਣੀ ਸੁਣਾਉਣਾ, ਉਹ ਸੈਟਲ ਹੋ ਕੇ ਬਹਿ ਜਾਏਗਾ। ਇਹਦਾ ਮਤਲਬ ਅਸੀਂ ਪੈਦਾਇਸ਼ੀ ਤੌਰ ਤੇ ਸਾਡੇ ਅੰਦਰ ਪ੍ਰੋਗਰਾਮਡ ਹੈ ਸਟੋਰੀ ਟੈਲਿੰਗ ਐਂਡ ਸਟੋਰੀ ਲਿਸਨਿੰਗ। ਔਰ ਉਸੇ ਜਦੋਂ ਟੀਚਰ ਕਲਾਸ ਵਿੱਚ ਆਏ ਔਰ ਪੜਾਏ ਔਰ ਉਸ ਵਿਸ਼ੇ ਨੂੰ ਸਟੋਰੀ ਦੀ ਤਰ੍ਹਾਂ ਸੁਣਾ ਦੇ ਤੇ ਬੱਚੇ ਨੂੰ ਕਦੀ ਨਹੀਂ ਭੁੱਲ ਸਕਦਾ। ਸਹੀ ਗੱਲ ਨਾ। ਔਰ ਆਪ ਵੀ ਬੱਚਾ, ਮੈਂ ਕਈ ਵਾਰੀ ਸੋਚਦੀ ਹਾਂ ਕਿ ਜਦੋਂ ਸਾਨੂੰ ਕਲਾਸ ਵਿੱਚ ਹਿਸਟਰੀ ਪੜਾਈ ਗਈ ਨੰਬਰਾਂ ਵਾਸਤੇ, ਅਸੀਂ ਭੁੱਲ ਗਏ, ਨੰਬਰ ਆ ਗਏ, ਅਸੀਂ ਭੁੱਲ ਗਏ। ਲੇਕਿਨ ਅੱਜ ਮੈਨੂੰ ਇੱਕ ਹਿਸਟਰੀ ਦੀ ਮੈਨੂੰ ਲੱਗਿਆ ਕਿ ਮੈਨੂੰ ਮਹਾਰਾਜਾ ਰਣਜੀਤ ਸਿੰਘ ਬਾਰੇ ਮੈਂ ਜਾਣਦਾ ਨਹੀਂ, ਕਿਸੇ ਗੱਲ ਹੋ ਰਹੀ ਸੀ, ਉਹਨਾਂ ਨੂੰ ਸਭ ਪਤਾ ਸੀ, ਮੈਨੂੰ ਨਹੀਂ ਪਤਾ ਸੀ। ਮੈਂ ਕਿਤਾਬ ਉਠਾਈ ਮਹਾਰਾਜਾ ਰਣਜੀਤ ਸਿੰਘ ਬਾਰੇ, ਮੈਂ ਉਹਨੂੰ ਸਟੋਰੀ ਦੀ ਤਰ੍ਹਾਂ ਪੜਿਆ। ਹੁਣ ਮੇਰਾ ਉਹਦੀ ਜਿਹੜੀ ਨੌਲੇਜ ਹੈ ਉਹ ਮੇਰੇ ਤੋਂ ਕੋਈ ਨਹੀਂ ਕਦੀ ਖੋ ਸਕਦਾ। ਮੈਨੂੰ ਹੁਣ ਸਾਰਾ ਪਤਾ ਚੱਲ ਜਾਏਗਾ, ਯਾਦ ਰਹੇਗਾ, ਕਿਉਂਕਿ ਮੈਂ ਉਹਨੂੰ ਸਟੋਰੀ ਵਾਂਗ ਪੜਿਆ ਤੇ ਟੀਚਰ ਵੀ ਉਹਨੂੰ ਸਟੋਰੀ ਵਾਂਗ ਪੜਾਏ ਔਰ ਬੱਚਾ ਵੀ ਉਹਨੂੰ ਸਟੋਰੀ ਵਾਂਗ ਪੜਨ ਦਾ ਪ੍ਰयास करे और माँ-बाप भी उस चीज ਨੂੰ ਇਨਕਰੇਜ ਕਰਨ, ਕਿਉਂਕਿ ਮਾਂ-ਬਾਪ ਵੀ ਸੋਚਦੇ ਆ ਕਿ ਇਹ ਸਮੇਂ ਖਰਾਬ ਹੋ ਰਿਹਾ ਹੈ। ਜੇ ਬੱਚਾ ਕਹੇ ਅੱਜ ਮੈਂ ਕਲਾਸ ਚ ਮਹਾਰਾਜਾ ਰਣਜੀਤ ਸਿੰਘ बनना है, आज मैं अपनी तलवार इकट्ठी करनी है करनी, तो माँ-बाप कहेंगे एक तेरी टीचर की करती पई है, तेरा टाइम खराब कर दी, तू पढ़। ਸੋ ਅਸੀਂ ਇਹ ਰਿਅਲਾਈਜ਼ ਨਹੀਂ ਕਰਦੇ ਕਿ ਜਦੋਂ ਅਸੀਂ ਜੌਬ ਵਿੱਚ ਜਾਣਾ ਹੈ, ਜਿੱਦਾਂ ਮੈਂ ਕਹਿ ਰਹੀ ਸੀ ਲੋਕੀ ਐਮਏ ਹਿਸਟਰੀ ਕਰਕੇ ਆ ਜਾਂਦੇ ਆ, ਹੈ ਨਾ, ਜਦੋਂ ਇੰਟਰਵਿਊ ਵਾਸਤੇ ਆਉਂਦੇ ਆ ਤੇ ਉਹਨਾਂ ਨੂੰ ਬੇਸਿਕ ਗੱਲਾਂ ਨਹੀਂ ਪਤਾ ਹੁੰਦੀ। ਮੈਂ ਕਈ ਵਾਰ ਕਹਿੰਦੀ ਵੀ ਤੁਸੀਂ ਤਾਂ ਟੀਚਰ ਕੀ, ਤੁਸੀਂ ਤਾਂ ਇੰਡੀਅਨ ਸਿਟੀਜ਼ਨ ਹੋਣਾ ਵੀ ਡਿਜ਼ਰਵ ਨਹੀਂ ਕਰਦੇ, है ना, क्योंकि ਤੁਹਾਨੂੰ ਜੇ ਇੰਡੀਅਨ ਫਰੀडम ਸਟਰਗਲ ਦੇ ਬਾਰੇ ਹੀ ਨਹੀਂ ਪਤਾ ਤੇ ਇਹ ਹਰ ਸਿਟੀਜ਼ਨ ਨੂੰ ਪਤਾ ਹੋਣਾ ਚਾਹੀਦਾ ਤਾਂ ਕਿ ਅਸੀਂ ਅੱਜ ਆਪਣੀ ਆਜ਼ਾਦੀ ਦੀ ਵੈਲਿਊ ਕਰੀਏ, ਉਹਨੂੰ ਕਦਰ ਪਾਈਏ। ਜੀ, ਟਾਈਮ ਦੀ ਤੁਸੀਂ ਗੱਲ ਕੀਤੀ ਹੈ ਕਿ ਇਹਦੇ ਵਿੱਚ ਸਮਾਂ ਬਹੁਤ ਲੱਗਦਾ ਹੈ, ਜਿਵੇਂ ਤੁਸੀਂ ਦੱਸਿਆ। ਨੈਚੁਰਲੀ ਜੇ ਆਪਾਂ ਇੱਕ ਬੁੱਕ ਪੜ੍ਹਦੇ ਹਾਂ ਤੇ ਉਹ ਜਿਹੜੀ ਹੈ ਅੱਧੇ ਕੁ ਘੰਟੇ ਦੇ ਵਿੱਚ ਆਪਾਂ ਜਿਹੜੀ ਉਹ ਇੱਕ ਚੈਪਟਰ ਜਾਂ ਉਹਨੂੰ ਕੰਪਲੀਟ ਕਰ ਸਕਦੇ ਹਾਂ। ਜੇ ਉਹਨੂੰ ਅਸੀਂ ਡਰਾਮੈਟਿਕ ਤਰੀਕੇ ਦੇ ਨਾਲ ਉਹਨੂੰ ਬਣਾਇਆ ਜਾਵੇ, ਸਜਾਇਆ ਜਾਵੇ, ਉਹਨੂੰ ਟਾਈਮ ਲੱਗੇਗਾ। ਤੇ ਟਾਈਮ ਕਿੱਦਾਂ ਕੱਢਿਆ ਜਾਵੇ ਇਹ ਵੀ ਦੱਸੋ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਪਰਮਵੀਰ, ਬਿਕਾਜ਼ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਉਹਦੇ ਵਿੱਚ ਉਹਨਾਂ ਨੇ ਇੱਕ ਚੀਜ਼ ਦਾ ਬਹੁਤ ਜ਼ੋਰ ਦਿੱਤਾ ਹੈ ਕਿ ਸਿਲੇਬਸ ਨੂੰ ਘਟਾਇਆ ਜਾਏਗਾ। ਜੀ, ठीक है, क्योंकि आज तक असी बहुत मोटिया किताबां ज़्यादा तो ज़्यादा सिलेबस कराता, ठीक है, लेकिन असी अपनी तरफों सोचते हैं इहदे नाल नॉलेज आ रही है, पर ज़्यादा सिलेबस होंदा तो टीचर भी जल्दी चाहता, वो जल्दी उन्होंने खत्म कराने की कोशिश करता है और बच्चे ने भी फिर यह होंदा कि मैं जे इनू इन्ना रोचक करन लग गया या इनू इन्ना समय देता तो मेरे बाकी सिलेबस का की होएगा, तो वो भी फिर उन्होंने जल्दी और आसान तरीका बस रट लो और रिप्रोड्यूस कर दो, एग्जाम च दिता उन्होंने लिख दो। सो इस करके द फर्स्ट इंपॉर्टेंट चीज़ तो है जो कि नैशनल एजुकेशन पॉलिसी जिस ते जोर दे रही है कि सिलेबस को घटाया जाए और फिर एक चीज़ है कि असी ओदी महत्वता ਨੂੰ ਸਮਝੀਏ। ਜੇ ਅਸੀਂ ਮਹੱਤਵਤਾ ਸਿਰਫ ਨੰਬਰਾਂ ਤੇ ਹੀ ਰੱਖਾਂਗੇ, ਸਹੀ ਗੱਲ ਹੈ, ਤੇ ਫੇਰ ਤਾਂ ਨਹੀਂ ਹੋ ਪਾਏਗਾ, ਕਿਉਂਕਿ ਨੰਬਰ ਤੇ ਰੱਟ ਕੇ ਵੀ ਆ ਜਾਂਦੇ, ਬਲਕਿ ਜ਼ਿਆਦਾ ਆ ਜਾਂਦੇ ਆ। ਔਰ ਜੇ ਅਸੀਂ ਇਹਦੀ ਮਹੱਤਵਤਾ ਇਹ ਸਮਝ ਲਈਏ ਕਿ ਰੱਟਾ ਸਾਨੂੰ ਭੁੱਲ ਸਕਦਾ ਹੈ। ਜੇ ਐਗਜ਼ਾਮ ਚ ਸਪੋਜ਼ਿੰਗਲੀ ਅੱਜ ਮੈਨੂੰ ਭੁੱਲ ਗਿਆ, ਜੀ ਜਾਂ ਬਿਲਕੁਲ, ਜਾਂ ਮੈਨੂੰ ਟਾਈਮ ਨਹੀਂ ਲੱਗਿਆ, ਮੈਂ ਯਾਦ ਨਹੀਂ ਕਰ ਸਕਿਆ, ਲੇਕਿਨ ਜੇ ਕਲਾਸ ਵਿੱਚ ਟੀਚਰ ਨੇ ਉਹਨੂੰ ਰੋਚਕ ਢੰਗ ਨਾਲ ਪੜਾਇਆ ਹੋਏਗਾ ਤੇ ਉਹਨੂੰ ਐਗਜ਼ਾਮ 'ਚ ਬਾਕੀ ਰੱਟਾ ਭੁੱਲ ਵੀ ਜਾਏ ਤੇ ਉਹਨੂੰ ਮੇਨ ਕਨਸੈਪਟ ਤੇ ਯਾਦ ਰਹੇਗਾ ਔਰ ਉਹਨੂੰ ਆਪਣੇ ਸ਼ਬਦਾਂ 'ਚ ਲਿਖ ਪਾਏਗਾ। ਜੀ ਡਾਕਟਰ ਸਾਹਿਬ, ਕਈ ਵਾਰੀ ਵਿਦਿਆਰਥੀ ਵੀ ਕਰਦੇ ਨੇ ਕਿ ਕਿਸੇ ਖਾਸ ਵਿਸ਼ੇ ਤੇ ਜ਼ਿਆਦਾ ਧਿਆਨ ਕੇਂਦਰਿਤ ਕਰਦੇ ਨੇ ਜਾਂ ਇੱਕ ਹੀ ਵਿਸ਼ੇ ਤੇ ਜ਼ਿਆਦਾ ਟਾਈਮ ਦੇ ਰਹੇ ਨੇ। ਤੁਹਾਡੀ ਨਜ਼ਰ 'ਚ ਕਿਸੇ ਇੱਕ ਖਾਸ ਵਿਸ਼ੇ ਨੂੰ ਜ਼ਿਆਦਾ ਪੜ੍ਹਨਾ ਜ਼ਿਆਦਾ ਸਹੀ ਹੈ ਜਾਂ ਇੱਕ ਸਮੇਂ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਉੱਤੇ ਨਜ਼ਰ ਮਾਰਨੀ? शिवा जी, मैंने थोड़े क्वेश्चन तो बड़ा इंटरेस्टिंग लग रहा है कि पहले ਅਸੀਂ ਇਹ ਸੋਚੇ ਕਿ ਇੱਕ ਸਬਜੈਕਟ ਹੀ ਬੱਚਾ ਜ਼ਿਆਦਾ ਕਿਉਂ ਪੜਦਾ ਹੈ। ਠੀਕ ਹੈ, ਇਹਦਾ ਮਤਲਬ ਹੈ ਜੇ ਉਹ ਜ਼ਿਆਦਾ ਪੜ ਰਿਹਾ ਤੇ ਉਹਨੂੰ ਉਹ ਰੋਚਕ ਲੱਗ ਰਿਹਾ ਹੈ, ਜੀ, ਉਹਦਾ ਇੰਟਰਸਟ ਹੈ। ਉਹਨੂੰ ਪੁੱਛੋ ਤੂੰ ਇਹ ਕਿਉਂ ਪੜਿਆ, ਇਹ ਮੇਰਾ ਫੇਵਰਿਟ ਸਬਜੈਕਟ ਹੈ, ਮੈਨੂੰ ਇੰਟਰਸਟਿੰਗ ਲੱਗਦਾ ਹੈ। ਹੁਣ ਉਹ ਇੰਟਰਸਟਿੰਗ ਕਿੱਦਾਂ ਬਣਿਆ? ਮੇਬੀ ਉਹਦਾ ਟੀਚਰ ਇੰਟਰਸਟਿੰਗ ਸੀ ਜਾਂ ਟੀਚਰ ਨੇ ਉਹਨੂੰ ਇੰਟਰਸਟਿੰਗ ਢੰਗ ਨਾਲ ਪੜਾਇਆ। ਸਹੀ ਗੱਲ। ਜਾਂ ਬੱਚਾ, ਹਰ ਬੱਚਾ ਵੱਖਰਾ ਹੈ, ਉਹ ਅੰਦਰੋਂ ਲੈ ਕੇ ਪੈਦਾ ਹੋਇਆ ਹੈ, ਕਿਉਂਕਿ ਉਹਦਾ ਕਿਸੇ ਦਾ ਮੈਥਸ ਵੱਲ ਜ਼ਿਆਦਾ ਝੁਕਾਵ ਹੈ, ਕਿਸੇ ਦਾ ਭਾਸ਼ਾਵਾਂ ਵੱਲ ਜ਼ਿਆਦਾ ਝੁਕਾਵ ਹੈ। ਸੋ
मैं बैलेंस स्ट्राइक करना बड़ा महत्वपूर्ण है। ਇਹ ਜਾਣ ਕੇ ਵੀ ਕਿ ਇਹ ਮੇਰਾ ਫੇਵਰਿਟ ਸਬਜੈਕਟ ਹੈ ਜਾਂ ਮੈਨੂੰ ਇਹ ਪੜ੍ਹਨਾ ਅੱਛਾ ਲੱਗਦਾ ਹੈ, ਲੇਕਿਨ ਮੈਨੂੰ ਸਾਰੇ ਸਬਜੈਕਟਸ ਨੂੰ ਬਰਾਬਰ ਸਮੇਂ ਦੇਣਾ ਹੈ ਔਰ ਜਿਹੜਾ ਮੈਨੂੰ ਅੱਛਾ ਲੱਗਦਾ ਹੈ ਉਹਦਾ ਮੈਂ ਸਮਝਾਂ ਕਿ ਮੈਂ ਪੜ੍ਹ ਹੀ ਲੈਣਾ ਹੈ। ਆਮ ਤੌਰ ਤੇ ਕੀ ਹੁੰਦਾ ਹੈ ਕਿ ਜਿਹੜੀ ਚੀਜ਼ ਮੈਨੂੰ ਅੱਛੀ ਲੱਗਦੀ ਹੈ ਉਹਨੂੰ ਮੈਂ ਬਾਰ-ਬਾਰ ਕਰੀ ਜਾਣਾ ਤੇ ਮੈਂ ਆਪਣੇ ਆਪ ਨੂੰ ਜੇ ਇਹ ਸਮਝਾਵਾਂ ਕਿ ਇਹ ਤਾਂ ਮੈਂ ਕਰ ਹੀ ਲੈਣਾ ਜਾਂ ਮੈਨੂੰ ਆਂਦਾ ਹੈ ਜਾਂ ਮੈਂ ਇੰਨੀ ਵਾਰ ਨਹੀਂ ਵੀ ਪੜ੍ਹਿਆ, ਜਿਹੜੀ ਚੀਜ਼ ਮੈਨੂੰ ਔਖੀ ਲੱਗਦੀ ਹੈ ਜਿੱਦਾਂ ਮੈਥਸ ਹੈ, ਕਿਸੇ ਨੂੰ ਸਪੋਜ਼ਿੰਗਲੀ ਸੋਸ਼ਲ ਸਟੱਡੀ ਬਹੁਤ ਅੱਛੀ ਲੱਗਦੀ ਹੈ ਪਰ ਮੈਥਸ ਔਖਾ ਲੱਗਦਾ, ਹੁਣ ਅਸੀਂ ਉਹਨੂੰ ਅਵੋਇਡ ਕਰਨਾ ਸ਼ੁਰੂ ਕਰ ਦਿੰਦੇ ਹਾਂ। ਜਦੋਂ ਐਗਜ਼ਾਮ ਆ ਜਾਂਦਾ ਮੈਥਸ ਤਾਂ ਮੈਨੂੰ ਘਬਰਾਹਟ ਹੁੰਦੀ ਹੈ, ਮੈਨੂੰ ਡਰ ਲੱਗਣਾ ਸ਼ੁਰੂ ਹੋ, ਫਿਰ ਮੈਂ ਕਹਿੰਦਾ ਮੈਨੂੰ ਮੈਥਸ ਆਂਦਾ ਨਹੀਂ, ਕਿਉਂਕਿ ਮੈਂ ਉਹਨੂੰ ਜਿਹੜੀ ਚੀਜ਼ 'ਚ ਮੈਂ ਕਮਜ਼ੋਰ ਹਾਂ ਮੈਨੂੰ ਉਹਨੂੰ ਜ਼ਿਆਦਾ ਸਮੇਂ ਦੇਣਾ ਚਾਹੀਦਾ ਜੀ। ਕਿਉਂਕਿ ਜਿਹੜਾ ਮੈਨੂੰ ਕਈ ਵਾਰੀ ਬੱਚੇ ਕਹਿੰਦੇ ਆ ਕਿ ਬਈ ਆਈ ਐਮ ਨਾਟ ਗੁੱਡ ਇਨ ਮੈਥਸ, ਤੇ ਮੈਂ ਉਹਨੂੰ ਕਹਿੰਦੀ ਨਹੀਂ, ਯੂ ਨੀਡ ਟੂ ਵਰਕ ਹਾਰਡਰ ਇਨ ਮੈਥਸ ਜੀ, ਹੈ ਨਾ। ਸੋ ਇਹ ਨਹੀਂ ਗੱਲ ਹੈ ਕਿ ਜੇ ਮੈਨੂੰ ਹੋ ਸਕਦਾ ਕਿਸੇ ਨੂੰ ਨੈਚੁਰਲੀ ਸੁਭਾਵਿਕ ਤੌਰ ਤੇ ਕਿਉਂਕਿ ਉਹਨੂੰ ਇਦਾਂ ਦਾ ਦਿਮਾਗ ਮਿਲਿਆ, ਇਦਾਂ ਦੀ ਜੀਨਸ ਮਿਲੀ ਹੈ ਕਿ ਉਹਨੂੰ ਮੈਥਸ ਫਟਾਫਟ ਆ ਜਾਂਦਾ ਹੈ ਔਰ ਕਿਸੇ ਨੂੰ ਉਹਦੇ ਤੇ ਥੋੜਾ ਜ਼ਿਆਦਾ ਸਮੇਂ ਲਗਾਉਣਾ ਪੈਂਦਾ ਹੈ। ਤਾਂ ਮੈਂ ਕਿਸੇ ਵੀ ਚੀਜ਼ ਨਾਲ ਸਮਝਾਂ ਮੈਂ ਕਮਜ਼ੋਰ ਹਾਂ, ਮੈਂ ਸੋਚਾਂ ਕਿ ਹਾਂ ਮੈਨੂੰ ਦੂਜੇ ਤੋਂ ਜੇ ਉਹਨੂੰ ਘੰਟਾ ਦੇਣਾ ਪੈਂਦਾ ਮੈਨੂੰ 1.5 ਘੰਟਾ ਦੇਣਾ ਪੈਂਦਾ, ਪਰ ਮੈਂ ਉਹਦੇ ਲੈਵਲ ਤੱਕ ਪਹੁੰਚ ਸਕਦਾ ਹਾਂ ਥੋੜਾ ਜਿਹਾ ਜ਼ਿਆਦਾ ਮਿਹਨਤ ਕਰਕੇ। ਡਾਕਟਰ ਸਾਹਿਬ ਮੈਂ ਇੱਥੇ ਬਾਕੀ ਸਾਰੀਆਂ ਗੱਲਾਂ ਦੇ ਵਿੱਚੋਂ ਛੱਡ ਕੇ ਇੱਕ ਗੱਲ ਜ਼ਰੂਰ ਕਹੂੰਗਾ ਕਿ ਬਹੁਤ ਖੂਬਸੂਰਤ ਜਵਾਬ ਦੇ ਰਹੇ ਹੋ ਤੁਸੀਂ। ਛੋਟੀ ਜੀ ਗੱਲ ਲੱਗਦੀ, ਕਈ ਵਾਰੀ ਅਸੀਂ ਕਹਿੰਦੇ ਕਿ ਪੜ੍ਹਾਈ ਨੂੰ ਰੋਚਕ ਬਣਾਉਣਾ, ਕਿਸ ਤਰ੍ਹਾਂ ਬਣਾਉਣਾ, ਬਸ ਵੀ ਪੜ੍ਹਾਈ ਨੂੰ ਪੜ੍ਹੋ, ਇੰਟਰਸਟ ਨਾ ਪੜ੍ਹੋ। ਐਂ ਲੱਗਦਾ ਕਿ ਇਸ ਤਰ੍ਹਾਂ ਗੱਲ ਆਈ ਇਸ ਤਰ੍ਹਾਂ ਨਿਕਲ ਗਈ, ਪਰ ਉਹਦੇ ਵਿੱਚ ਇੰਨੀਆਂ ਕੁ ਬਰੀਕੀਆਂ ਔਰ ਇੰਨੀ ਖੂਬਸੂਰਤੀ ਨਾਲ ਤੁਸੀਂ ਜਵਾਬ ਦੇ ਰਹੇ ਹੋ, ਅੱਛਾ ਲੱਗ ਰਿਹਾ ਨਾ? ਬਿਲਕੁਲ, ਔਰ ਉਦਾਹਰਨਾਂ ਦੇ ਕੇ ਤੁਸੀਂ ਗੱਲ ਕਰ ਰਹੇ ਹੋ, ਵਾਕਈ ਇਹ ਚੀਜ਼ਾਂ ਜਿਹੜੀ ਹੈ ਜਾਣਕਾਰੀ ਸਾਨੂੰ ਵੀ ਦੇ ਰਹੀ ਹੈ ਔਰ ਸਾਡੇ ਦਰਸ਼ਕਾਂ ਨੂੰ ਵੀ ਦੇ ਰਹੀ ਹੈ। ਇਸ ਤੋਂ ਬਾਅਦ ਵਿਸ਼ੇ ਦੀ ਤੁਸੀਂ ਗੱਲ ਕੀਤੀ, ਇੱਕ ਵਿਸ਼ੇ ਦੀ ਗੱਲ ਕੀਤੀ ਆ, ਹੋਰ ਵੀ ਬਹੁਤ ਸਾਰੇ ਵਿਸ਼ੇ ਜਿਹੜੇ ਪੜ੍ਹਦੇ ਆ ਉਹਨਾਂ ਨੂੰ ਜਿੱਦਾਂ ਤੁਸੀਂ ਦੱਸਿਆ ਕਿ ਟੀਚਰਸ ਹੈਲਪ ਕਰ ਸਕਦੇ ਆ ਜਾਂ ਮਾਂ-ਬਾਪ ਹੈਲਪ ਕਰ ਸਕਦੇ ਆ, ਆਪਣੇ ਆਪ ਕਿਵੇਂ ਉਹ ਸਾਧਨ ਬਣਾ ਸਕਦਾ ਇੱਕ ਬੱਚਾ ਜੀ ਪੜ੍ਹਾਈ ਨੂੰ ਜਿਹੜਾ ਇੰਟਰਸਟਿੰਗ ਬਣਾਉਣ ਵਾਸਤੇ? ਜਿੱਦਾਂ ਮੈਂ ਕਿਹਾ ਕਿ ਤਾਂ ਨਾ ਅਸੀਂ ਪ੍ਰੈਸ਼ਰ ਤੋਂ ਨਾ ਪੜ੍ਹੀਏ ਕਿ ਮੈਂ ਇਮਤਿਹਾਨ 'ਚ ਨੰਬਰ ਲੈਣੇ ਆ, ਹੈ ਨਾ, ਮੈਂ ਚੀਜ਼ ਨੂੰ ਪੜ੍ਹ ਰਿਹਾ। ਔਰ ਆਮ ਤੌਰ ਤੇ ਨਾ ਬੱਚਿਆਂ ਨੂੰ ਇਹ ਕੋਈ ਗੱਲ ਵੀ ਨਹੀਂ ਅਵੇਅਰ ਕਰਦਾ ਕਿ ਤੁਸੀਂ ਇਹ ਜੀਵਨ ਭਰ ਯਾਦ ਰੱਖਣੀ ਹੈ ਚੀਜ਼। ਅਸੀਂ ਫੋਕਸ ਹੀ ਐਗਜ਼ਾਮ ਬਣਾਈ ਰੱਖਦੇ ਹਾਂ, ਰਾਈਟ। ਜੇ ਮੈਂ ਫੋਕਸ ਚੇਂਜ ਕਰਾਂ ਔਰ ਮੈਂ ਸੋਚਾਂ ਕਿ ਮੈਂ ਇਹਨੂੰ ਅੱਜ ਕੱਲ ਮੈਂ ਕਈ ਵਾਰੀ ਸੋਚਦੀ ਹਾਂ ਕਿ ਅਸੀਂ ਇੰਨਾ ਮੋਬਾਈਲ ਦੇ ਖਿਲਾਫ ਬੋਲਦੇ ਸੀ ਔਰ ਪਿਛਲਾ ਪੂਰਾ ਸਾਲ ਪੜ੍ਹਾਈ ਮੋਬਾਈਲ ਦੇ ਥਰੂ ਹੀ ਚੱਲੀ ਹੈ। ਮੈਂ ਟੀਚਰਸ ਨੂੰ ਵੀ ਬੱਚਿਆਂ ਨੂੰ ਵੀ ਕਹਿੰਦੀ ਹਾਂ ਕਿ स्वयं स्वाध्याय करिए, अपने आप ਨੂੰ ਪੜਾਈਏ। ਅੱਜ ਕੱਲ ਟੀਚਰ ਔਰ ਬੱਚੇ ਕੋਲ ਸੇਮ ਲੈਵਲ ਆਫ ਨੌਲੇਜ ਜਿਹੜੀ ਆ ਉਹ ਅਵੇਲੇਬਲ ਹੈ। ਇੱਕ ਟਾਈਮ ਸੀਗਾ ਅਸੀਂ ਜਿਹਨੂੰ ਕਹਿੰਦੇ ਆ ਕਿ ਕਹਿ ਲੋ ਕਿ ਬੀਜੀ ਔਰ ਏਜੀ ਦਾ ਐਰਾ 'ਚ ਫਰਕ ਆ ਗਿਆ। ਇੱਕ ਸੀਗਾ ਬਿਫੋਰ ਗੂਗਲ ਐਂਡ ਹੁਣ ਹੋ ਗਿਆ ਆਫਟਰ ਗੂਗਲ, ਰਾਈਟ। ਹੁਣ ਆਫਟਰ ਗੂਗਲ ਐਰਾ 'ਚ ਤਾਂ ਪਹਿਲੇ ਬਿਫੋਰ ਗੂਗਲ ਐਰਾ 'ਚ ਤਾਂ ਸਿਰਫ ਟੀਚਰ ਦੇ ਕੋਲ ਪੂਰਾ ਗਿਆਨ ਸੀ। ਜੇ ਮੈਨੂੰ ਕੋਈ ਕੁਐਸਚਨ ਦਾ ਜਵਾਬ ਮੇਰੀ ਬੁੱਕ 'ਚ ਨਹੀਂ ਮਿਲ ਰਿਹਾ ਤੇ ਮੈਨੂੰ ਟੀਚਰ ਤੋਂ ਹੀ ਪੁੱਛਣਾ ਹੀ ਮੇਰਾ ਕੋਈ ਸੋਲੂਸ਼ਨ ਸੀ। ਲੇਕਿਨ ਜਿਹੜਾ ਆਫਟਰ ਗੂਗਲ ਐਰਾ ਹੈ ਉਹਦੇ 'ਚ ਜਿੰਨੀ ਨੌਲੇਜ ਜਿੰਨੀ ਟੀਚਰ ਕੋਲ ਹੈ ਉਨੀ ਜ਼ਿਆਦਾ ਗੂਗਲ ਕੋਲ ਪਈ ਹੈ। ਤੁਸੀਂ ਆਪ ਗੂਗਲ ਤੇ ਜਾ ਕੇ ਕਿਸੇ ਵੀ ਕੁਐਸਚਨ ਦਾ ਜਵਾਬ ਲੱਭ ਸਕਦੇ ਆ ਜੀ, ਰਾਈਟ। ਤਾਂ ਜੋ ਟੌਪਿਕ ਤੁਸੀਂ ਅੱਜ ਪੜ੍ਹ ਰਹੇ ਆ ਉਹਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਨੌਲੇਜ ਗੂਗਲ ਤੋਂ ਲੈਣ ਦੀ ਕੋਸ਼ਿਸ਼ ਕਰਿਓ, ਰਾਈਟ। ਤਾਂ ਉਹ ਕੀ ਹੋਏਗਾ ਕਿ ਤੁਹਾਨੂੰ ਜਦੋਂ ਇੱਕ ਸਬਜੈਕਟ ਪੂਰੀ ਤਰ੍ਹਾਂ ਆ ਜਾਏਗਾ ਤੁਸੀਂ ਉਹਨੂੰ ਕਰ ਪਾਵੋਗੇ। ਬੱਚਿਆਂ ਨੂੰ ਆਮ ਤੌਰ ਤੇ ਹਿਸਟਰੀ ਬੜੀ ਔਖੀ ਲੱਗਦੀ, ਜਿੱਦਾਂ ਤੁਸੀਂ ਕਿਹਾ ਕਿ ਕਿੱਦਾਂ ਅਸੀਂ ਉਹਨੂੰ ਰੋਚਕ ਕਰ ਸਕਦੇ ਹਾਂ। ਅਸੀਂ ਹਿਸਟਰੀ 'ਚ ਕਹਿੰਦੇ ਟਾਈਮ ਲਾਈਨਸ ਬਣਾਓ ਬਿਕਾਜ਼ ਡੇਟਾ ਯਾਦ ਰੱਖਣੀਆਂ ਬੜੀਆਂ ਔਖੀਆਂ ਬਣਦੀ। ਤੇ ਇੱਕ ਅਸੀਂ ਲਾਈਨ ਡਰਾ ਕਰੀਏ, ਉਹਦੇ 'ਚ ਕਹੀਏ ਵੀ 1857 ਇਹ ਹੋਇਆ, 1898 ਇਹ ਹੋਇਆ, ਯੂ ਨੋ। ਜੇ ਅਸੀਂ ਉਹ ਲਾਈਨ ਤੇ ਉਹਨੂੰ ਟਾਈਮ ਲਾਈਨ ਤੇ ਲੱਗਦਾ, ਹੁਣ ਮੈਨੂੰ ਉਹ ਮੈਂ ਇੱਕ ਨਜ਼ਰ ਜਦੋਂ ਵੀ ਮੇਰਾ ਐਗਜ਼ਾਮ ਹੋਏਗਾ ਮੈਂ ਇੱਕ ਨਜ਼ਰ ਪਾਈ, ਮੈਨੂੰ ਐਸੋਸੀਏਸ਼ਨ ਬਣ ਜਾਏਗੀ ਕਿ ਉਹਦੇ 10 ਸਾਲ ਬਾਅਦ ਆਇਆ ਹੋਇਆ, 5 ਸਾਲ ਬਾਅਦ ਆਇਆ ਹੋਇਆ, ਤੇ ਉਹਦੇ ਨਾਲ ਮੈਨੂੰ ਅਦਰਵਾਈਜ਼ ਮੈਂ ਡੇਟ ਨੂੰ ਇਦਾਂ ਯਾਦ ਕਰਾਂ ਕਿ ਨਾ 1898 ਯਾਦ ਨਹੀਂ ਰਹੇਗਾ। ਲੇਕਿਨ ਜੇ ਮੈਂ ਉਹਨੂੰ ਕਿਸੇ ਚੀਜ਼ ਨਾਲ ਐਸੋਸੀਏਟ ਕਰ ਲਾਂ ਕਿ 5 ਸਾਲ ਬਾਅਦ ਇਹ ਹੋ ਗਿਆ, ਫਿਰ 5 ਸਾਲ ਬਾਅਦ ਇਹ ਹੋ ਗਿਆ, ਤੇ ਮੈਨੂੰ ਉਹ ਡੇਟ ਜਿਹੜੀ ਆ ਮੈਂ 1898 ਤੋਂ ਸ਼ੁਰੂ ਹੋਇਆ ਮੈਨੂੰ ਅੱਗੇ ਤੋਂ ਅੱਗੇ ਉਹ ਯਾਦ ਰਹੇਗਾ। ਇਹ ਵੀ ਹੋ ਸਕਦਾ ਹੈ ਕਿ ਇੱਕ ਫਲੈਸ਼ ਕਾਰਡ ਜਿਹੜੇ ਆ ਬਣਾਏ ਜਾਣ ਤੇ ਆਪਣੇ ਕਮਰੇ ਦੇ ਵਿੱਚ ਲਗਾਏ ਜਾਣ ਬਾਰ-ਬਾਰ, ਕਿਉਂਕਿ ਨਜ਼ਰ ਪਵੇ ਉਹਦੇ ਤੇ। ਹਾਂਜੀ, ਕਲਾਸਰੂਮ ਵਿੱਚ ਤਾਂ ਅਸੀਂ ਫਲੈਸ਼ ਕਾਰਡ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹਾਂ, ਪਰ ਬੱਚੇ ਦਾ ਹੈ ਕਿ ਜੇ ਉਹਨੂੰ ਜਿਹੜੀ ਚੀਜ਼ ਔਖੀ ਲੱਗਦੀ ਹੈ ਉਹਨੂੰ ਉਹ ਸਾਹਮਣੇ ਲਿਖ ਕੇ ਰੱਖੇ। ਬਿਕਾਜ਼ ਜਿਹੜੀ ਚੀਜ਼ ਤਾਂ ਉਹਨੂੰ ਆ ਗਈ ਸੁਭਾਵਿਕ ਤੌਰ ਤੇ ਆਂਦੀ ਹੈ, ਜਿਹੜੀ ਚੀਜ਼ ਉਹਨੂੰ ਔਖੀ ਲੱਗਦੀ ਹੈ ਉਹਨੂੰ ਸਾਹਮਣੇ ਕਿਤੇ ਪ੍ਰੋਮੀਨੈਂਟ ਜਗ੍ਹਾ ਤੇ ਰੱਖਿਆ ਜਾਏ ਤਾਂ ਕਿ ਉਹ ਵਾਰ-ਵਾਰ ਉਹਨੂੰ ਪੜ੍ਹੇ ਔਰ ਉਹਨੂੰ ਵਾਰ-ਵਾਰ ਭੁੱਲੇ ਨਾ। ਬਿਕਾਜ਼ ਆਫ ਕੋਰਸ ਜਿਹੜੀ ਇਹ ਗੱਲ ਹੈ ਕਿ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਅਸੀਂ ਜਿਹੜੀ ਚੀਜ਼ ਨੂੰ ਵਾਰ-ਵਾਰ ਕਰਦੇ ਹਾਂ ਅਸੀਂ ਉਹਦੇ 'ਚ ਪਰਫੈਕਟ ਹੋ ਜਾਂਦੇ ਹਾਂ। ਲੇਕਿਨ ਉਸ ਤੋਂ ਵੀ ਇੰਪੋਰਟੈਂਟ ਚੀਜ਼ ਜਿਹੜੀ ਅੱਜ ਅਸੀਂ ਸਮਝਦੇ ਹਾਂ ਕਿ ਸਮਝ ਕੇ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਜੀ। ਬਿਕਾਜ਼ ਵਾਰ-ਵਾਰ ਉਹਨੂੰ ਸਿਰਫ ਕਈ ਵਾਰ ਰਿਪੀਟ ਕਰਨਾ ਜਿਹੜਾ ਹੈ ਨਾ ਉਹ ਰੱਟਾ ਹੀ ਬਣ ਜਾਂਦਾ ਹੈ। ਤਦੀ ਮੈਂ ਕਹਿ ਰਹੀ ਉਹਦੇ ਨਾਲ ਐਸੋਸੀਏਸ਼ਨ ਬਣਾਉਣਾ ਜੀ। ਮੈਂ ਅੱਜ ਇੱਕ ਗੱਲ ਯਾਦ ਰੱਖਣੀ ਹੈ, ਮੈਂ ਜਿੱਦਾਂ ਡੇਟ ਯਾਦ ਰੱਖਣੀ ਹੈ, ਜੇ ਮੈਂ ਸੋਚਾਂ ਕਿ ਅੱਛਾ ਮੇਰੇ ਜਨਮ ਦਿਨ ਤੋਂ 100 ਸਾਲ ਪਹਿਲੇ ਹੋਇਆ,
ਹੈ ਨਾ। ਹੁਣ ਮੈਂ ਉਹ ਡੇਟ ਯਾਦ ਕਰਨੀ ਮੈਨੂੰ ਕਦੇ ਨਹੀਂ ਭੁੱਲੇਗਾ, ਕਿਉਂਕਿ ਉਹਨੂੰ ਮੇਰੀ ਉਹ ਲੌਂਗ ਟਰਮ ਮੈਮਰੀ 'ਚ ਚਲਾ ਗਿਆ ਹੈ। ਜਦੋਂ ਮੈਂ ਇਦਾਂ ਯਾਦ ਕੀਤੀ ਡੇਟ, ਉਹ ਮੇਰੀ ਸ਼ਾਰਟ ਟਰਮ ਮੈਂ ਆਸ਼ਾ ਕੀ ਡੇਟ ਸੀ ਮੈਂ ਭੁੱਲ ਗਈ, ਲੇਕਿਨ ਜੇ ਮੈਂ ਫਾਰਮੂਲਾ ਬਣਾ ਲਿਆ ਛੋਟਾ ਜਿਹਾ, ਕਿਸੇ ਚੀਜ਼ ਨਾਲ ਐਸੋਸੀਏਟ ਕਰਤਾ ਜੀ, ਜਾਂ ਫਿਰ ਛੋਟੀ ਜਿਹੀ ਸਟੋਰੀ ਬਣ ਜਾਏ, ਛੋਟੀ ਜਿਹੀ ਸਟੋਰੀ ਬਣ ਜਾਏ, ਮੈਂ ਉਹਦੇ ਨਾਲ ਇੱਕ ਮੇਰੀ ਜਿਹੜੀ ਪਿਛਲੀ ਨੌਲੇਜ ਹੈ ਅਗਲੀ ਨੌਲੇਜ ਪਿਛਲੀ ਨਾਲ ਜੁੜ ਜਾਏ, ਮੈਂ ਉਹਦੀ ਆਪਸ ਵਿੱਚ ਕੋਈ ਐਸੋਸੀਏਸ਼ਨ ਬਣਾ ਲਾ, ਮੈਨੂੰ ਜੀਵਨ ਭਰ ਐਗਜ਼ਾਮ ਤੱਕ ਤੇ ਕਈ ਮੈਨੂੰ ਜੀਵਨ ਤੱਕ ਨਹੀਂ ਉਹ ਗੱਲ ਭੁੱਲੇਗੀ। ਡਾਕਟਰ ਸਾਹਿਬ, ਸਟੂਡੈਂਟਸ ਦੀ ਜਿਹੜੀ ਗਰੁੱਪ ਡਿਸਕਸ਼ਨ ਵੀ ਇਹਦੇ 'ਚ ਕਿਤੇ ਮਾਇਨੇ ਰੱਖਦੀ ਹੈ ਵੀ ਆਪਣੇ ਗਰੁੱਪ ਬਣਾ ਕੇ ਦੇਖੋ, ਮੈਂ ਜਿਹੜੇ ਕਹਿ ਰਹੀ ਸੀ ਕਿ ਅੱਜ ਜਿਹੜਾ ਅਸੀਂ ਅੱਛੇ ਬੱਚਿਆਂ ਨੂੰ ਬਣਾਉਣਾ ਹੈ ਨਾ, ਅਸੀਂ ਇੰਡੀਪੈਂਡੈਂਟ ਲਰਨਰ ਬਣਾਉਣਾ ਹੈ, ਅਸੀਂ ਉਹਨੂੰ ਸੈਲਫ ਲਰਨਰ ਬਣਾਉਣਾ ਹੈ, ਰਾਈਟ। ਜਿਹੜਾ ਅਸੀਂ ਆਪਣੇ ਤੇ ਡਿਪੈਂਡੈਂਸ ਕ੍ਰੀਏਟ ਕਰਦੇ ਆ ਨਾ ਸ਼ੁਰੂ ਤੋਂ, ਜਦੋਂ ਬੱਚਾ ਛੋਟੀ ਕਲਾਸ 'ਚ ਹੁੰਦਾ, ਮੰਮੀ ਕਹਿੰਦੀ ਚਲੋ ਆਓ ਪੜੋ, ਫਿਰ ਮੰਮੀ ਜਦੋਂ ਮੰਮੀ ਪੜਾਏਗੀ ਬੱਚਾ ਤਦੋਂ ਪੜੇਗਾ, ਫਿਰ ਜਾਂ ਟੀਚਰ ਦੇ ਡਰ ਤੋਂ ਪੜੇਗਾ ਜਾਂ ਐਗਜ਼ਾਮ ਤੇ ਡਰ ਤੋਂ ਪੜੇਗਾ, ਫਿਰ ਉਹ ਕੀ ਹੁੰਦਾ, ਸੈਲਫ ਲਰਨਰ ਨਹੀਂ ਬਣਦਾ। ਉਹ ਟੀਚਰ ਵਾਸਤੇ ਪੜਦਾ ਜਾਂ ਮੰਮੀ ਦੇ ਡਰ ਵਾਸਤੇ ਪੜਦਾ ਜਾਂ ਫਿਰ ਬਾਅਦ 'ਚ ਐਗਜ਼ਾਮ ਦੇ ਡਰ ਵਾਸਤੇ ਪੜਦਾ ਹੈ। ਲੇਕਿਨ ਜੇ ਅਸੀਂ ਉਹਨੂੰ ਇਹ ਸ਼ੁਰੂ ਤੋਂ ਫੀਲਿੰਗ ਦਈਏ ਕਿ ਬੇਟਾ ਤੁਸੀਂ ਆਪਣੇ ਵਾਸਤੇ ਪੜਨਾ ਔਰ ਪੜਨ ਨੂੰ ਇੰਜੋਏ ਕਰਨਾ, ਅਸੀਂ ਪੜ੍ਹਨ ਨੂੰ ਇੰਨਾ ਹਵਾ ਬਣਾ ਦਿੰਦੇ ਆ। ਮੈਂ ਆਪਣੇ ਸਕੂਲ 'ਚ ਬੱਚਿਆਂ ਨੂੰ ਛੋਟੀ ਉਮਰ 'ਚ ਹੋਮਵਰਕ ਨਹੀਂ ਦਿੰਦੇ, ਅਸੀਂ ਕਲਾਸ 1 ਤੱਕ ਕੋਈ ਹੋਮਵਰਕ ਨਹੀਂ ਦਿੰਦੇ, ਕੋਈ ਟੈਸਟ ਨਹੀਂ ਲੈਂਦੇ। ਮੈਨੂੰ ਲੋਕੀ ਪੁੱਛਦੇ ਕਿਉਂ, ਤਾਂ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਦੇਖੋ, ਮੈਂ ਲਰਨਿੰਗ ਨੂੰ ਇੱਕ ਜੋਇਫੁਲ ਐਕਸਪੀਰੀਅੰਸ ਰੱਖਣਾ ਚਾਹੁੰਦੀ ਹਾਂ। ਮੰਮੀ ਨੂੰ ਵੀ ਚੱਲ ਬੇਟਾ ਪੜ੍ਹਿਆ ਨਹੀਂ, ਪਾਪਾ ਘਰ ਆਏ ਪੜ੍ਹਦਾ ਨਹੀਂ ਪਿਆ, ਅਸੀਂ ਪੜ੍ਹਾਈ ਨੂੰ ਅਸੀਂ ਸੋਚਦੇ ਹਾਂ ਮੈਂ ਆਪਣਾ ਰੋਲ ਪੂਰਾ ਕਰ ਰਿਹਾ। ਜੇ ਤੁਸੀਂ ਇਹੀ ਕਰੋ ਕਿ ਜਿੱਦਾਂ ਹੀ ਕਮਰੇ 'ਚ ਘੁਸੋ, ਤੂੰ ਖੇਡਿਆ ਨਹੀਂ, ਖੇਡ ਕਿਉਂ ਨਹੀਂ ਰਿਹਾ, ਚੱਲ ਖੇਡ, ਇੱਕ ਟॉयਜ਼ ਪਏ ਨੇ, ਮੈਂ ਨੇ ਟॉय ਲੈ ਕੇ ਆਇਆ ਸੀ, ਤੂੰ ਕਹੋਗੇ ਮੈਂ ਨਹੀਂ ਖੇਡਦਾ। ਸਹੀ ਗੱਲ ਹੈ ਨਾ। ਬੱਚਾ ਅਸੀਂ ਕੋਈ ਵੀ ਆਰ ਬੋਰਨ ਇੰਡੀਪੈਂਡੈਂਟ, ਅਸੀਂ ਆਜ਼ਾਦ ਰਹਿਣਾ ਚਾਹੁੰਦੇ ਹਾਂ ਹਰ ਵਿਅਕਤੀ, ਹੈ ਨਾ। ਸੋ ਜੇ ਮੇਰੀ ਆਜ਼ਾਦੀ ਨੇ ਤੁਸੀਂ ਕਰਵ ਕਰੋਗੇ, ਮੈਨੂੰ ਖੇਡਣ ਤੋਂ ਵੀ ਚਿੜ ਹੋ ਜਾਏਗੀ। ਮੈਂ ਨੈਚੁਰਲੀ ਖੇਡਣਾ ਚਾਹਨਾ, ਲੇਕਿਨ ਤੁਸੀਂ ਡੰਡਾ ਲੈ ਕੇ ਖੜਾਓ, ਮੈਂ ਨਹੀਂ ਖੇਡਣਾ। ਅੱਛਾ, ਕਲਾਸ 'ਚ ਜਦੋਂ ਬੱਚੇ ਗੱਲ ਕਰਦੇ ਉਦੋਂ ਅਸੀਂ ਰੋਕਦੇ ਆ ਨਾ ਵੀ ਆਪਸ 'ਚ ਗੱਲ ਨਾ ਕਰੋ, ਲੇਕਿਨ ਇਹੀ ਜਦੋਂ ਗਰੁੱਪ ਬਣਾ ਕੇ ਕਰਦੇ ਤਾਂ ਇਹ ਜਿਹੜੀ ਮੈਂ ਗੱਲ ਕਹਿ ਰਹੀ ਸੀ ਕਿ ਜਿਹੜੀ ਚੀਜ਼ ਵੀ ਅਸੀਂ ਉਹਨਾਂ ਨੂੰ ਆਪ ਕਰਨ ਦਵਾਂਗੇ ਨਾ, ਸੋ ਜੇ ਮੈਂ ਆਪ ਪੜ੍ਹਨਾ, we are all born to learn, ਸਾਨੂੰ ਕੋਈ ਵੀ ਨਾ ਪੜਾਏ ਤੇ ਸਾਨੂੰ ਸ਼ੌਂਕ, ਅੱਛਾ ਕਿੱਦਾਂ ਕੀਤਾ, ਕਿੱਦਾਂ ਬਣਾਇਆ, ਮੈਂ ਇਹਦਾ ਮਤਲਬ ਮੇਰੇ ਅੰਦਰ ਇਹ ਪ੍ਰੋਗਰਾਮਡ ਹੈ, ਮੈਂ ਸਿੱਖ ਲਾਂਗਾ। ਲੇਕਿਨ ਅਸੀਂ ਉਹਨੂੰ ਡੰਡੇ ਨਾਲ ਨਾ ਕਰੀਏ, ਅਸੀਂ ਉਹਦੀ ਜੋਏ ਨਾ ਖਤਮ ਕਰੀਏ। ਔਰ ਬੱਚੇ ਨੂੰ ਅੱਜ ਜਦੋਂ ਬੱਚਾ ਫਰੈਂਡਸ ਦੇ ਨਾਲ ਬੈਠਦਾ ਸੀ, ਕਹਿੰਦੇ ਤੂੰ ਟਾਈਮ ਖਰਾਬ ਕਰ ਰਿਹਾ, ਲੇਕਿਨ ਉਹ ਹੋ ਤਾਂ ਸਕਦਾ ਹੈ ਕਿ ਆਪਣੀ ਨੌਲੇਜ ਸ਼ੇਅਰ ਕਰ ਰਿਹਾ ਹੈ। ਜੇ ਇੱਕ ਦੂਜੇ ਫਰੈਂਡ ਨੂੰ ਜਿਹੜੀ ਚੀਜ਼ ਉਹਨੂੰ ਸਮਝ ਆ ਗਈ ਹੈ, ਜਦੋਂ ਉਹ ਦੂਜੇ ਫਰੈਂਡ ਨੂੰ ਸਮਝਾਉਂਦਾ ਹੈ, ਉਹਦੀ ਵੀ ਰੁਚੀ ਵੱਧਦੀ ਹੈ, ਔਰ ਉਹ ਜਿਹੜਾ ਉਹਦੇ ਉਮਰ ਦਾ ਹੈ ਉਹਨੂੰ ਉਹਦੇ ਤੋਂ ਗੱਲ ਬੈਟਰ ਸਮਝ ਆਉਂਦੀ, ਸ਼ਾਇਦ ਕਈ ਵਾਰ ਟੀਚਰ ਤੋਂ ਵੀ ਜ਼ਿਆਦਾ। ਫਿਰ ਉਹ ਜਦੋਂ ਸ਼ੁਰੂ ਤੋਂ ਹੀ ਇਦਾਂ ਕਰਦੇ, ਫਿਰ ਉਹ ਆਪਣੇ ਸਟੱਡੀ ਗਰੁੱਪਸ ਬਣਾ ਲੈਂਦੇ ਨੇ। ਅੱਜ ਕੱਲ ਮੈਂ ਦੇਖਿਆ ਕਿ ਜਿੱਦਾਂ ਸਾਡੀ ਆਨਲਾਈਨ ਪੜ੍ਹਾਈ ਚੱਲ ਰਹੀ ਸੀ, ਤੇ ਬੱਚਿਆਂ ਨੇ ਟੀਚਰ ਨੂੰ ਪ੍ਰੋਬਲਮਸ ਲੈਣ ਤੋਂ ਪਹਿਲੇ ਆਪਸ ਵਿੱਚ ਇੱਕ ਆਨਲਾਈਨ ਗਰੁੱਪ ਬਣਾ ਲੈਂਦੇ ਸੀ, ਆਪਸ ਵਿੱਚ ਪ੍ਰੋਬਲਮਸ ਡਿਸਕਸ ਕਰਕੇ ਫਿਰ ਟੀਚਰ ਨਾਲ ਪ੍ਰੋਬਲਮ ਡਿਸਕਸ ਕਰਨੀ ਕਿ ਇਹ ਵਾਲੀਆਂ ਗੱਲਾਂ ਸਾਨੂੰ ਸਮਝ ਨਹੀਂ ਆਈਆਂ, ਦੁਬਾਰਾ ਸਮਝਾ ਦਿਓ। ਇਹੀ ਸਵਾਲ ਜਿਹੜਾ ਮੈਂ ਅਗਲਾ ਤੁਹਾਡੇ ਤੋਂ ਪੁੱਛਣਾ ਜਾ ਰਹੀ ਸੀ ਕਿ ਲਾਕਡਾਊਨ ਦੇ ਵਿੱਚ ਜਿਹੜੀ ਇਹ ਪੜ੍ਹਾਈ ਆ ਟੀਚਰ ਨਾਲ ਤੇ ਹੁਣ ਜਿਹੜੀ ਇੰਟਰੈਕਸ਼ਨ ਸਿਰਫ ਫੋਨ ਦੇ ਥਰੂ ਹੀ ਹੁੰਦੀ ਹੈ, ਤੇ ਉਹਨੂੰ ਕਿੱਦਾਂ ਰੋਚਕ ਹੋਰ ਤਰੀਕੇ ਨਾਲ ਬਣਾ ਸਕਦਾ? ਤੁਸੀਂ ਇੱਕ ਤਾਂ ਦੱਸ ਦਿੱਤਾ ਹੈ ਕਿ ਜਿਹੜੇ ਗਰੁੱਪ ਕਰਕੇ ਬੱਚੇ ਬਿਕਾਜ਼ ਦੇਖੋ, ਜੋ ਲਾਕਡਾਊਨ ਨੇ ਸਾਨੂੰ ਬੜੀਆਂ ਚੀਜ਼ਾਂ ਸਿਖਾਈਆਂ। ਸਭ ਤੋਂ ਪਹਿਲੇ ਤੇ ਇਹੀ ਚੀਜ਼ ਜਿਹੜੀ ਅਸੀਂ ਸਿੱਖੀ, ਮੈਨੂੰ ਬੜੇ ਮਾਂ-ਬਾਪ ਨੇ ਕਹਿਣਾ ਜੀ ਇਹ ਪੜ੍ਹਦਾ ਨਹੀਂ, ਸੋ ਦੇਖੋ ਕੋਈ ਡਰ ਹੀ ਨਹੀਂ ਹੈ। ਤੇ ਮੈਂ ਇਹੀ ਦੇਖਿਆ ਕਿ ਜਿਹੜਾ ਤੇ ਬੱਚਾ ਇੰਡੀਪੈਂਡੈਂਟ ਲਰਨਰ ਸੀ, ਆਪ ਪੜ੍ਹਨਾ ਚਾਹੁੰਦਾ ਸੀ, ਉਹ ਤਾਂ ਬਹੁਤ ਵਧੀਆ ਪੜ੍ਹਿਆ, ਕਿਉਂਕਿ ਉਹਨੂੰ ਕੋਈ ਹੋਰ ਡਿਸਟਰੈਕਸ਼ਨ ਹੀ ਨਹੀਂ, ਕੋਈ ਘਰ ਨਹੀਂ ਆ ਰਿਹਾ, ਜਾ ਨਹੀਂ ਰਿਹਾ, ਕੋਈ ਵਿਆਹ ਨਹੀਂ ਹੋ ਰਿਹਾ, ਬੱਚਾ ਸਿਰਫ ਪੜ੍ਹਾਈ ਵਾਲੀ ਧਿਆਨ ਦੇ ਰਿਹਾ। ਔਰ ਜਿਹੜਾ ਟੀਚਰ ਦੇ ਡਰ ਤੋਂ ਪੜ੍ਹਦਾ ਸੀ, ਉਹ ਨਹੀਂ ਪੜ੍ਹਿਆ। ਤਾਂ ਮੇਰੀ ਜਿਹੜੀ ਪਹਿਲੀ ਗੱਲ ਹੈ, ਉਹਦੇ ਨਾਲ ਇਹ ਗੱਲ ਜਿਹੜੀ ਹੈ ਜੁੜਦੀ ਹੈ ਕਿ ਅਸੀਂ ਕੋਈ ਡਰ ਨਾ ਪਾਈਏ, ਉਹਨੂੰ ਸਿਰਫ ਆਪਣੀ ਜੋਏ ਲੈਣ ਦਈਏ, ਉਹਨੂੰ ਜੋਏ ਨਾਲ ਪੜ੍ਹੇ। ਔਰ ਦੂਜਾ ਜਿਹੜਾ ਤੁਹਾਡਾ ਸਵਾਲ ਸੀ ਕਿ ਲਾਕਡਾਊਨ 'ਚ ਕਿੱਦਾਂ ਹੋਇਆ, ਮੈਨੂੰ ਇਹ ਲੱਗਦਾ ਹੈ ਕਿ ਲਾਕਡਾਊਨ ਦਾ ਇੱਕ ਹੋਰ ਜਿਹੜਾ ਲੈਸਨ ਅਸੀਂ ਲਰਨ ਕੀਤਾ ਵੱਡਿਆਂ ਨੇ, ਉਹ ਇਹ ਕਿ ਬੱਚਾ ਸਕੂਲ 'ਚ ਸਿਰਫ ਪੜ੍ਹਨ ਨਹੀਂ ਜਾਂਦਾ। ਜਿਹੜੀਆਂ ਉਹ ਐਕਟੀਵਿਟੀਜ਼ ਜਿਨ੍ਹਾਂ ਨੂੰ ਮਾਂ-ਬਾਪ ਸਮੇਂ ਦੀ ਬਰਬਾਦੀ ਸਮਝਦੇ, ਕਈ ਵਾਰ ਸਕੂਲ 'ਚ ਕਈ ਐਕਟੀਵਿਟੀ ਹੋ ਰਹੀ ਹੁੰਦੀ ਹੈ, ਪੇਰੈਂਟ ਕਹਿੰਦਾ ਅੱਜ ਤਾਂ ਪੜ੍ਹਾਈ ਹੋਣੀ ਨਹੀਂ, ਨਾ ਜਾ ਸਕੂਲ। ਹੁਣ ਪੇਰੈਂਟ ਸਾਨੂੰ ਕਹਿੰਦਾ ਸੀ ਕਦੋਂ ਸਕੂਲ ਖੁੱਲ ਰਿਹਾ, ਬੱਚੇ ਦਾ ਤਾਂ ਵਿਕਾਸ ਖਰਾਬ ਹੋ ਰਿਹਾ, ਉਹਦੇ ਘਰ ਬੈਠ ਕੇ ਬੋਰ ਹੋ ਰਿਹਾ। ਸੋ ਉਹਦਾ ਜਿਹੜਾ ਆਪਸ ਵਿੱਚ ਫਰੈਂਡਸ ਨਾਲ ਮਿਲਣਾ, ਉੱਠਣਾ, ਬੈਠਣਾ, ਸਕੂਲ 'ਚ ਹੋਣ ਵਾਲੀਆਂ ਸਾਰੀਆਂ ਐਕਟੀਵਿਟੀਜ਼, ਮਾਰਨਿੰਗ ਅਸੈਂਬਲੀ ਤੋਂ ਲੈ ਕੇ ਸਾਰਾ ਦਿਨ ਜਿਹੜਾ ਵੀ ਉਹਦਾ ਵਿਚਰਦਾ, ਉਹ ਉਹਦੇ ਸਰਵਪੱਖੀ ਵਿਕਾਸ ਵਾਸਤੇ ਔਰ ਉਹਦੀ ਪੜ੍ਹਾਈ ਵਾਸਤੇ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜਿਹਨੂੰ ਅਸੀਂ ਕਈ ਵਾਰ ਡਿਸਟਰੈਕਸ਼ਨ ਸਮਝਦੇ ਆ, ਆਫਟਰ ਆਲ ਮੇਰਾ ਖਿਆਲ ਹੈ ਵੀ ਤੁਹਾਡਾ ਸਵਾਲ ਹੋਏਗਾ ਕਿ ਬੱਚਾ ਕਿੰਨੀ ਦੇਰ ਇੱਕ ਸਬਜੈਕਟ ਨੂੰ ਪੜ੍ਹ ਸਕਦਾ ਹੈ, ਹੈ ਨਾ। ਉਹਨੂੰ ਥੋੜੀ ਦੇਰ ਬਾਅਦ ਉਹਦੇ ਦਿਮਾਗ ਨੂੰ ਰਿਫਰੈਸ਼ ਕਰਨ ਵਾਸਤੇ ਸਮੇਂ ਚਾਹੀਦਾ ਹੈ, ਰਾਈਟ। ਕਿ ਅਸੀਂ ਉਹਨੂੰ ਦਿਮਾਗ ਵੀ ਇਦਾਂ ਵਰਕ ਕਰਦਾ, ਜਿੱਦਾਂ ਮੈਂ ਕਹਿੰਦੀ ਮੈਂ ਇਹ ਪੜ੍ਹ ਲਿਆ, ਚਲੋ ਮੈਂ ਥੋੜੀ ਦੇਰ ਇੱਕ ਗਾਣਾ
ਸੁਣ ਲਾਂ, ਹੈ ਨਾ। ਅਸੀਂ ਵੀ ਗੱਲਾਂ ਤੇ ਗੀਤ ਕਰ ਰਹੇ ਹਾਂ, ਕਿਉਂਕਿ ਗੱਲਾਂ ਵੀ ਕਿੰਨੀਆਂ ਸੁਣ ਲਾਂਗੇ, ਇੱਕ ਤਾਂ ਗੀਤ ਵਿੱਚ ਚਾਹੀਦਾ ਹੀ ਹੋਏਗਾ, ਹੈ ਨਾ। ਸੋ ਏਦਾਂ ਹੀ ਜਦੋਂ ਅਸੀਂ ਦੂਜੀ ਐਕਟੀਵਿਟੀ ਕਰਨ ਲੱਗ ਪੈਂਦੇ ਆ, ਅਸੀਂ ਜਿੰਨਾ ਆਪਣਾ ਸਾਡਾ ਦਿਮਾਗ ਤੁਸੀਂ ਸੋਚ ਸਕਦੇ ਹੋ ਕਿ ਇੱਕ ਸਪੰਜ ਵਾਂਗ ਹੈ ਨਾ। ਸਪੰਜ ਹੁੰਦਾ ਸੀ, ਉਹਦੇ ਤੇ ਪਾਣੀ ਪਾਈ ਜਾਈਏ ਉਹ ਬਾਹਰ ਆਣਾ ਸ਼ੁਰੂ ਹੋ ਜਾਏਗਾ। ਅਸੀਂ ਥੋੜਾ ਥੋੜਾ ਕਰਕੇ ਪਾਈਏ, ਉਹਦੇ ਅੰਦਰ ਸੁੱਕਦਾ ਰਹੇਗਾ। ਸੋ ਸਾਡਾ ਜਿਹੜਾ ਬ੍ਰੇਨ ਆ ਉਹ ਵੀ ਉਦਾਂ ਹੀ ਵਰਕ ਕਰਦਾ ਸੀ। ਉਹਦੇ ਤੇ ਥੋੜਾ ਵਾ ਪਾਈਏ, ਉਹਨੂੰ ਅਬਜ਼ੌਰਬ ਕਰਨ ਦਾ ਸਮੇਂ ਚਾਹੀਦਾ ਹੁੰਦਾ, ਫਿਰ ਅਸੀਂ ਉਹਨੂੰ ਛੱਡ ਦਈਏ, ਫਿਰ ਹੋਰ ਪਾਈਏ, ਉਹਦੇ ਅੰਦਰ ਬਾਅਦ ਚ ਦੇਖਾਂਗੇ ਤੇ ਇੰਨਾ ਪਾਣੀ ਹੋਏਗਾ ਉਹਦੇ ਅੰਦਰ, ਸਾਨੂੰ ਪਤਾ ਵੀ ਨਹੀਂ ਚੱਲੇਗਾ ਕਦੋਂ ਕਿਆ। ਲੇਕਿਨ ਜੇ ਲਗਾਤਾਰ ਪਾਵਾਂਗੇ ਤੇ ਨਹੀਂ ਹੋਏਗਾ। ਇਸੇ ਕਰਕੇ ਉਹਨੂੰ ਸਾਨੂੰ ਅਸੀਂ ਐਸੇ ਚ ਮੈਮਰੀ ਕੰਸੋਲੀਡੇਸ਼ਨ ਕਹਿੰਦੇ ਆ ਇਹਨੂੰ ਸਾਈਕੋਲੋਜੀ, ਤੇ ਸਾਨੂੰ ਸਮੇਂ ਦੇਣਾ ਪੈਂਦਾ ਉਹਨੂੰ ਥੋੜੀ ਦੇਰ ਵਾਸਤੇ। ਤਦ ਸਕੂਲ 'ਚ ਬੱਚਿਆਂ ਨੂੰ ਗੇਮਸ ਪੀਰੀਅਡ ਔਰ ਆਰਟ ਦਾ ਪੀਰੀਅਡ ਔਰ ਡਾਂਸ ਦਾ ਪੀਰੀਅਡ ਅਸੀਂ ਇਹ ਦਿੰਦੇ ਹਾਂ ਵਿੱਚ ਟਾਈਮ ਟੇਬਲ ਦੇ, ਤਾਂ ਕਿ ਉਹਨੂੰ ਉਹਦਾ ਸਮੇਂ, ਜਿਹੜੀ ਚੀਜ਼ ਉਹਨੂੰ ਰੋਚਕ ਲੱਗਦੀ ਹੈ ਜਾਂ ਜਿਹਦੇ 'ਚ ਉਹਨੂੰ ਦਿਮਾਗ ਨੂੰ ਉਸ ਤਰ੍ਹਾਂ ਇਸਤੇਮਾਲ ਨਹੀਂ ਕਰਨਾ ਪੈਂਦਾ, ਉਹ ਆਪਣੀ ਫੰਕਸ਼ਨਲ ਮੈਮਰੀ ਤੋਂ ਕੰਮ ਕਰ ਰਿਹਾ ਹੈ। ਫੰਕਸ਼ਨਲ ਮੈਮਰੀ ਜਿੱਦਾਂ ਸਾਨੂੰ ਚੱਲਣਾ, ਇਹ ਚੀਜ਼ਾਂ ਕਰਦੇ ਅਸੀਂ ਮੈਮਰੀ ਨਾਲ ਰਹੇ, ਪਰ ਉਹ ਸਾਡੀ ਇੱਕ ਆਦਤ ਬਣ ਚੁੱਕੀ ਹੈ। ਸੋ ਉਹਦੇ ਵੇਲੇ ਫਿਰ ਉਹਦੀ ਜਿਹੜੀ ਬਾਕੀ ਪੜ੍ਹਾਈ ਹੈ ਉਹਦੇ ਦਿਮਾਗ 'ਚ ਉਹ ਕੰਸੋਲੀਡੇਟ ਹੋ ਰਹੀ ਹੈ। ਜੀ ਬਹੁਤ ਵਿਸ਼ਾ ਅੱਜ ਅੱਛਾ ਚੱਲ ਰਿਹਾ ਜੀ। ਅੱਜ ਸਾਡਾ ਵਿਸ਼ਾ ਚੱਲ ਰਿਹਾ ਜੀ ਕਿ ਪੜ੍ਹਾਈ ਨੂੰ ਰੋਚਕ ਕਿਸ ਤਰ੍ਹਾਂ ਬਣਾਇਆ ਜਾਏ, ਔਰ ਇਸ ਵਿਸ਼ੇ ਤੇ ਲਗਾਤਾਰ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਰਸ਼ਮੀ ਵੀ ਜੀ, ਜੋ ਕਿ ਪ੍ਰਿੰਸੀਪਲ ਨੇ ਪੁਲਿਸ ਡੀਏਵੀ ਤੋਂ। ਅੱਜ ਬਹੁਤ ਅੱਛੀ ਤੁਸੀਂ ਨੌਲੇਜ ਦੇ ਰਹੇ ਹੋ। ਲੋਕਡਾਊਨ ਦੇ ਵਿੱਚ ਜਿਸ ਤਰ੍ਹਾਂ ਆਨਲਾਈਨ ਸਟੱਡੀ ਦੀ ਵੀ ਗੱਲ ਚੱਲ ਰਹੀ ਹੈ, ਆਨਲਾਈਨ ਸਟੱਡੀ ਪਹਿਲਾਂ ਵੀ ਚੱਲ ਰਹੀ ਸੀ, ਲੇਕਿਨ ਇੱਕ ਜ਼ਰੂਰਤ ਜਿਹੜੀ ਸੀ ਇਹਦੀ ਮਹਿਸੂਸ ਹੋਈ ਖਾਸ ਕਰਕੇ ਇਹਨਾਂ ਦਿਨਾਂ 'ਚ। ਟੀਵੀ ਦਾ ਵੀ ਇੱਕ ਅਹਿਮ ਰੋਲ ਸੀਗਾ, ਜਿਸ ਤਰ੍ਹਾਂ ਹਰ ਇੱਕ ਨੇ ਆਪਣਾ ਰੋਲ ਅਦਾ ਕੀਤਾ, ਦੂਰਦਰਸ਼ਨ ਨੇ ਵੀ ਆਪਣਾ ਉਪਰਾਲਾ ਜਿਹੜਾ ਸੀ ਬਹੁਤ ਜ਼ਿਆਦਾ ਕੀਤਾ। ਟੀਵੀ ਦੇ ਇਸ ਰੋਲ ਨੂੰ ਨਵੀਂ ਸਿੱਖਿਆ ਨੀਤੀ ਦੇ ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ। ਜੀ ਜੀ ਬਿਲਕੁਲ। ਤੁਸੀਂ ਇਹ ਦੇਖੋ ਕਿ CBSE ਨੇ ਔਰ HRD ਮਿਨਿਸਟਰੀ ਨੇ ਜਿੱਦਾਂ ਦੀਕਸ਼ਾ ਪੋਰਟਲ ਹੈ, ਉਹਦੇ ਵਿੱਚ ਬੱਚਿਆਂ ਵਾਸਤੇ ਵੀ ਕਿੰਨਾ ਮਟੀਰੀਅਲ, ਔਰ ਉਹਨਾਂ ਨੇ ਉਹਦਾ ਨਾਮ ਵੀ ਦੀਕਸ਼ਾ ਰੱਖਿਆ ਕਿ ਜੋ ਵੀ ਆਪਣਾ ਉਹਦੇ ਵਿੱਚ ਪਾਣਾ ਚਾਹੁੰਦਾ ਹੈ, ਕੋਈ ਵੀ ਟੀਚਰ ਜਿੱਦਾਂ ਪੜ੍ਹਾ ਰਿਹਾ ਬੈਸਟ ਟੈਕਨੀਕ ਨਾਲ, ਜਾਂ ਉਹਨੇ ਕੋਈ ਇੱਦਾਂ ਦਾ ਮੈਥਡ ਲੱਭਿਆ ਕਿ ਬੱਚਿਆਂ ਨੂੰ ਚੀਜ਼ ਅੱਛੀ ਤਰ੍ਹਾਂ ਸਮਝ ਆਉਂਦੀ ਹੈ, ਉਹਦੇ ਵਿੱਚ ਆਪਣੀ ਦੀਕਸ਼ਾ ਵੀ ਦੇ ਸਕਦਾ ਹੈ। ਸੋ ਆਪਣਾ ਯੋਗਦਾਨ ਵੀ ਦੇ ਸਕਦਾ। ਔਰ ਮੈਂ ਖੁਦ ਉਹਦੇ ਤੇ ਬੜੀ ਜਿਹੜੀਆਂ ਨਵੀਆਂ ਚੀਜ਼ਾਂ ਸਿੱਖਿਆ ਨੀਤੀ ਨੇ ਇੰਟਰੋਡਿਊਸ ਕੀਤੀਆਂ, ਉਹਦੀ ਜਿਹੜੀ ਟ੍ਰੇਨਿੰਗ ਹੈ ਟੀਚਰ ਵਾਸਤੇ, ਬਹੁਤ ਵਧੀਆ ਟ੍ਰੇਨਿੰਗ ਉਹਦੇ ਤੇ ਉਪਲਬਧ ਹੈ, ਔਰ ਉਹਦੇ ਬਾਅਦ ਉਹਨੂੰ ਸਰਟੀਫਿਕੇਸ਼ਨ ਵੀ ਮਿਲ ਜਾਂਦਾ ਟੀਚਰ ਤੋਂ। ਤਾਂ ਜਿਹੜੀਆਂ ਵੀ ਨਵੀਆਂ ਚੀਜ਼ਾਂ ਨਵੀਆਂ ਸਿੱਖਿਆ ਨੀਤੀ 'ਚ ਆ ਰਹੀਆਂ, ਉਹਦੀ ਟ੍ਰੇਨਿੰਗ ਵੀ ਦੀਕਸ਼ਾ ਪੋਰਟਲ ਤੇ ਜਿਹੜੀ ਹੈ ਉਹ ਅਵੇਲੇਬਲ ਹੈ। ਨੈਸ਼ਨਲ ਕਾਉਂਸਲ ਆਫ ਟੀਚਰਸ ਐਜੂਕੇਸ਼ਨ ਤੋਂ ਹਾਂਜੀ, ਉਹਨਾਂ ਨੇ ਉਹਦਾ ਉਪਰਾਲਾ ਵਿੱਚ ਉਹਦੇ 'ਚ ਪਾਇਆ ਹੋਇਆ, ਔਰ ਕੋਈ ਵੀ ਜਾ ਕੇ ਉਹਦੇ ਤੇ ਆਪਣੇ ਆਪ ਨੂੰ ਐਨਰੋਲ ਕਰਕੇ ਤੇ ਕਰ ਸਕਦਾ ਹੈ। ਕੋਈ ਵੀ ਟੀਚਰ ਫੀਲ ਕਰਦਾ ਹੈ ਕਿ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ, ਤੇ ਉਹਨਾਂ ਨੇ ਬਹੁਤ ਹੀ ਸਰਲ ਢੰਗ ਨਾਲ ਉਹਨੂੰ ਐਕਟੀਵਿਟੀ ਬੇਸ ਕਰਕੇ ਤੇ ਉਹਦੇ 'ਚ ਪਾਇਆ ਹੋਇਆ। ਔਰ ਜਿਹੜੇ ਵੱਖ-ਵੱਖ ਚੈਨਲਸ ਨੇ ਉਹ ਬਹੁਤ ਹੀ ਅੱਛਾ ਕਿਸੇ ਵੀ ਕਨਸੈਪਟ ਨੂੰ ਫੜ ਕੇ ਡਿਸਕਸ਼ਨ ਨਾਲ, ਜਿੱਦਾਂ NCERT ਨੇ ਵੀ ਆਪਣੇ ਚੈਨਲ ਬਣਾਏ, ਔਰ ਉਹਦੇ ਤੇ ਜਿਹੜਾ ਵੀ ਟੌਪਿਕ ਹੈ ਉਹ ਟੀਚਰਸ ਵਾਸਤੇ ਜਾਂ ਬੱਚਿਆਂ ਵਾਸਤੇ ਉਹਨੂੰ ਬਹੁਤ ਹੀ ਰੌਚਕ ਢੰਗ ਤੇ ਦਿੱਤਾ। ਔਰ ਉਹ ਕਿਸੇ ਵੀ ਟਾਈਮ ਤੇ ਤੁਸੀਂ ਜਾ ਕੇ YouTube ਤੇ ਵੀ ਉਹਨੂੰ ਸਿਰਫ ਫੀਡ ਕਰੋ ਤੇ ਤੁਹਾਨੂੰ ਮਿਲ ਜਾਂਦਾ ਹੈ। ਤੁਸੀਂ ਆਪਣੀ ਟ੍ਰੇਨਿੰਗ ਆਪ ਕਰ ਸਕਦੇ ਹੋ, ਆਪ ਜਿੱਦਾਂ ਮੈਂ ਕਿਹਾ ਆਫਟਰ ਗੂਗਲ ਐਰਾ ਹੈ। ਸੋ ਹੁਣ ਤਾਂ ਤੁਸੀਂ ਜਾ ਕੇ ਕੋਈ ਵੀ, ਚਾਹੇ ਟੀਚਰ ਹੋਏ ਚਾਹੇ ਸਟੂਡੈਂਟ ਹੋਏ, ਕੋਈ ਵੀ ਚੀਜ਼ ਨਵੀਂ ਸਿੱਖਣੀ ਹੈ ਤੁਸੀਂ ਆਪ ਸਿੱਖ ਸਕਦੇ ਹੋ। ਡਾਕਟਰ ਸਾਹਿਬ, ਇੱਕ ਕੋਡਿੰਗ ਦੀ ਗੱਲ ਵੀ ਤੁਸੀਂ ਕਰ ਰਹੇ ਸੀ ਕਿ ਨਵੀਂ ਸਿੱਖਿਆ ਨੀਤੀ 'ਚ ਕੋਡਿੰਗ, ਉਹਦੇ ਬਾਰੇ ਵਿਸਤਾਰ ਨਾਲ ਥੋੜਾ। ਹਾਂਜੀ, ਸੋ ਕੋਡਿੰਗ ਬਾਰੇ ਮੈਂ ਦੱਸ ਰਹੀ ਸੀ ਕਿ ਜਿਹੜੇ ਹੁਣ ਜਦੋਂ ਅਸੀਂ ਗੱਲ ਕਰ ਰਹੇ ਸੀ ਕਿ ਕਿੰਨਾ ਬਦਲਾਅ ਆ ਰਿਹਾ, ਤੇ ਹੁਣ ਸਾਨੂੰ ਉਹ ਸਬਜੈਕਟ ਜਿਹੜੇ ਅੱਜ ਦੇ 21st ਸੈਂਚੁਰੀ ਜਿਹੜੇ ਬੱਚੇ ਨੇ ਉਹਨਾਂ ਨੂੰ ਚਾਹੀਦੇ ਨੇ। ਔਰ ਕੋਡਿੰਗ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ, ਤੁਸੀਂ ਦੇਖੋ ਕਿ ਹੌਲੇ-ਹੌਲੇ ਸਾਡਾ ਸਾਰਾ ਵਰਲਡ ਆਰਟੀਫਿਸ਼ੀਅਲ ਇੰਟੈਲੀਜੈਂਸ ਚਲਾਏਗੀ। ਔਰ ਜਿਹੜੇ ਅਸੀਂ ਵੇਰੀਅਸ ਐਪਸ ਹੈ, ਛੋਟੀ ਵੀ ਚੀਜ਼ ਸਾਡੇ ਹੋਏ ਉਹਦੇ ਵਾਸਤੇ ਇੱਕ ਐਪ ਅਵੇਲੇਬਲ ਹੁੰਦੀ ਹੈ। ਔਰ ਜੇ ਬੱਚੇ ਛੋਟੀ ਉਮਰ ਤੋਂ ਕੋਡਿੰਗ ਸਿੱਖਣਾ ਸ਼ੁਰੂ ਕਰ ਦੇਣਗੇ, ਜਦ ਤੱਕ ਉਹ 12ਵੀਂ ਕਰਕੇ ਕਾਲਜਸ ਵਿੱਚ ਜਾਣਗੇ, ਤਦ ਤੱਕ ਉਹਨਾਂ ਦਾ ਕੋਡਿੰਗ ਵੀ ਉਹਨਾਂ ਨੂੰ ਨਾਰਮਲੀ ਆਉਂਦੀ ਹੋਏਗੀ, ਜਿੱਦਾਂ ਅਸੀਂ ਮੈਥ ਸਿਖਾਉਂਦੇ ਹਾਂ ਜਾਂ ਇੰਗਲਿਸ਼ ਸਿਖਾਉਂਦੇ ਹਾਂ। ਤੇ ਜੇ ਅਸੀਂ ਸਕੂਲ 'ਚ ਕੋਡਿੰਗ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਸਬਜੈਕਟ ਇੰਟਰੋਡਿਊਸ ਕਰਦੇ ਹਾਂ, ਤੇ ਬੱਚੇ ਇੱਕ ਤਾਂ ਉਹਨਾਂ ਦੀ ਰੁਚੀ ਸਾਇੰਟੀਫਿਕ ਟੈਂਪਰਾਮੈਂਟ ਪੈਦਾ ਹੁੰਦਾ, ਔਰ ਇੱਕ ਉਹਨਾਂ ਨੂੰ ਸਮਝ ਆਉਂਦਾ ਹੈ ਕਿ ਜਿਹੜੀਆਂ ਵੀ ਉਹ ਐਪਸ ਯੂਜ਼ ਕਰ ਰਹੇ ਨੇ ਉਹ ਕਿੱਦਾਂ ਡਿਵੈਲਪ ਹੋਈਆਂ, ਔਰ ਉਹ ਆਪਣੀ ਨੀਡ ਦੇ ਹਿਸਾਬ ਨਾਲ ਕਿ ਉੱਦਾਂ ਦੀ ਐਪਸ ਵੀ ਉਹ ਕਰ ਸਕਦੇ। ਜਿੱਦਾਂ ਸਾਡੇ ਸਕੂਲ 'ਚ ਵੀ ਐਡਲਟ ਟਿੰਕਰਿੰਗ ਲੈਬ ਹੈ, ਔਰ ਉਹਦੇ 'ਚ ਬੱਚਿਆਂ ਨੇ ਇੱਕ ਸੌਫਟਵੇਅਰ ਬਣਾਇਆ ਕਿ ਜੋ ਸਕੂਲ 'ਚ ਐਂਟਰ ਕਰੇ ਕਿੰਨੇ ਲੋਕ ਅੱਜ ਦੇ ਦਿਨ ਐਂਟਰ ਕੀਤੇ। ਮੈਨੂੰ ਉਸ ਦਿਨ ਦਿਖਾ ਰਹੇ ਸੀ ਕਿ ਅਸੀਂ ਕਾਊਂਟਿੰਗ ਕਿ ਅੱਜ ਸਾਡੇ ਗੇਟ ਤੋਂ ਕਿੰਨੇ ਲੋਕ ਆਏ, ਉਹਦੀ ਕਲਿੱਕ ਲੈ ਕੇ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਔਰ ਕੋਡਿੰਗ ਦੇ ਥਰੂ ਉਹਦਾ ਨੰਬਰ ਕਿ ਅੱਜ ਇੰਨੇ ਲੋਕ ਇਸ ਵੇਲੇ ਸਕੂਲ ਦੇ ਅੰਦਰ ਮੌਜੂਦ ਨੇ। ਸੋ ਛੋਟੀ ਜਿਹੀ ਚੀਜ਼ ਹੈ, ਲੇਕਿਨ ਸ਼ਾਇਦ ਕਿਸੇ ਟਾਈਮ ਕੋਈ ਐਮਰਜੈਂਸੀ ਹੋਏ ਤਾਂ ਇੰਪੋਰਟੈਂਟ ਹੋਏ ਕਿ ਇਵੈਕੂਏਸ਼ਨ ਕਰਨਾ ਪਏ, ਤਾਂ ਸਾਨੂੰ ਪਤਾ ਹੋਏ ਕਿ ਇਸ ਵੇਲੇ ਸਾਡੀ ਬਿਲਡਿੰਗ ਵਿੱਚ ਕਿੰਨੇ ਲੋਕ ਮੌਜੂਦ ਨੇ ਜਿਹੜੇ ਸਕੂਲ ਦੇ ਗੇਟ ਤੋਂ ਐਂਟਰ ਕੀਤੇ। ਔਰ ਇਹ 9ਵੀਂ ਕਲਾਸ ਦੇ ਬੱਚੇ ਨੇ ਬਣਾਇਆ ਹੋਇਆ ਸੀਗਾ ਸੌਫਟਵੇਅਰ। ਸੋ ਮੈਂ ਉਹਦੇ ਤੋਂ ਬੜੀ ਪ੍ਰਭਾਵਿਤ ਹੋਈ ਕਿ ਦੇਖੋ ਬੱਚੇ ਇੰਨਾ ਅੱਛਾ ਕਰ ਰਹੇ ਨੇ, ਔਰ ਟੀਚਰਾਂ ਤੋਂ ਵੀ ਔਰ ਵੱਡਿਆਂ ਤੋਂ ਵੀ ਕਿਤੇ ਜ਼ਿਆਦਾ ਬੱਚਿਆਂ ਦਾ ਜਿਹੜਾ ਦਿਮਾਗ ਹੈ, ਜਿੱਦਾਂ ਮੈਂ ਪਹਿਲੇ ਕਹਿ ਰਹੀ ਸੀ ਕਿ ਅੱਜ ਦਾ ਬੱਚਾ ਇਹ ਚੀਜ਼ਾਂ ਆਪਣੇ ਕਿਉਂਕਿ ਹਿਊਮਨ
ਐਵੋਲੂਸ਼ਨ ਹੁੰਦਾ ਹੈ ਐਂਡ ਹਰ ਮਾਂ-ਬਾਪ ਜਦੋਂ ਮੇਰੇ ਕੋਲ ਬੱਚੇ ਦੀ ਐਡਮਿਸ਼ਨ ਕਰਾਉਣ ਆਉਂਦੇ ਤਾਂ ਮੈਨੂੰ ਕਹਿੰਦੇ ਜੀ ਮੇਰਾ ਬੱਚਾ ਬੜਾ ਇੰਟੈਲੀਜੈਂਟ ਹੈ ਤੇ ਮੈਨੂੰ ਹਾਸਾ ਆਈ ਸਮਾਈਲ ਟੂ ਮਾਈਸੈਲਫ ਕਿ ਬਈ ਸਾਰਿਆਂ ਨੂੰ ਇਹੀ ਲੱਗਦਾ ਹੈ ਕਿਉਂਕਿ ਉਹ ਮੇਰੇ ਤੋਂ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ ਨਾ, ਉਹ ਅੱਗੇ ਵਧ ਰਿਹਾ, ਵਿਕਾਸ ਹੋ ਰਿਹਾ, ਹਿਊਮਨ ਐਵੋਲੂਸ਼ਨ ਹੋ ਰਹੀ ਹੈ, ਹਿਊਮਨ ਮਤਲਬ ਇਨਸਾਨ ਦਾ ਵਿਕਾਸ ਹੋ ਰਿਹਾ ਤੇ ਜਿਹੜੇ ਹੁਣ ਇਹ ਬੱਚੇ ਨੇ ਇਹ ਆਪਣੇ ਅੰਦਰ ਉਹ ਚੀਜ਼ਾਂ ਲੈ ਕੇ ਪੈਦਾ ਹੋ ਰਹੇ ਨੇ। ਔਰ ਇਸ ਕਰਕੇ ਜਿੰਨਾ ਜਿੱਦਾਂ ਲੈਂਗੁਏਜਸ ਦੇ ਬਾਰੇ ਮੰਨਿਆ ਗਿਆ ਅੱਜ ਤੱਕ ਕਿ ਜਿੰਨਾ ਛੋਟਾ ਬੱਚਾ ਹੈ ਉਹਨੂੰ ਜਿੰਨੀਆਂ ਲੈਂਗੁਏਜਸ ਸਿਖਾ ਦਈਏ ਉਹ ਛੋਟੀ ਉਮਰ 'ਚ ਕਿੰਨੀਆਂ ਵੀ ਸਿੱਖ ਸਕਦਾ ਹੈ ਕਿਉਂਕਿ ਅਸੀਂ ਲੈ ਕੇ ਪੈਦਾ ਹੋਏ ਹਾਂ। ਲੇਕਿਨ ਅਸੀਂ ਜਦੋਂ ਵੱਡੀ ਉਮਰ 'ਚ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਅੱਜ ਮੈਨੂੰ ਕੋਈ ਕਹੇ ਕਿ ਇਟਾਲੀਅਨ ਸਿੱਖਣੀ ਹੈ ਤੇ ਮੈਨੂੰ ਤਾਂ ਬਹੁਤ ਹੀ ਔਖੀ ਲੱਗੇਗੀ, ਲੇਕਿਨ ਜਿਹੜਾ ਛੋਟਾ ਬੱਚਾ ਹੈ ਉਹ ਤੁਸੀਂ ਦੇਖੋ ਅੱਜ ਸਾਡੇ ਵੀ ਉਮਰ ਤੋਂ ਵੱਡੇ ਬਜ਼ੁਰਗ ਨੇ ਉਹ ਕਈ ਵਾਰ ਫੋਨ ਦੇ ਕੇ ਕਹਿਣਗੇ ਕਰ ਦਿਓ ਕਿੱਦਾਂ ਕਰਨਾ, ਮੈਨੂੰ ਤਾਂ ਸਿਰਫ ਕਾਲ ਕਰਨੀ ਆਉਂਦੀ ਹੈ ਨਾ। ਔਰ ਸਾਡੀ ਉਮਰ ਦੇ ਚਲੋ ਥੋੜੇ, ਲੇਕਿਨ ਸਾਡੇ ਤੋਂ ਛੋਟੇ ਬੱਚੇ ਅਸੀਂ ਵੀ ਆਪਣੇ ਘਰ 'ਚ ਆਪਣੀ ਬੇਟੀ ਜਾਂ ਬੇਟਾ ਨੂੰ ਕਹਾਂਗੇ ਬੇਟਾ ਇੱਥੇ ਨਹੀਂ ਮੈਨੂੰ ਪਤਾ ਚੱਲ ਰਿਹਾ ਕੀ ਕਰਨਾ। ਸੋ ਉਹ ਜਿਹੜੇ ਛੋਟੇ, ਤਦੀ ਮੈਂ ਕਹਿ ਰਹੀ ਹਾਂ ਕਿ ਜਿੰਨਾ ਯੰਗਰ ਬੱਚਾ ਉਹ ਇੰਨੀਆਂ ਇਹ ਚੀਜ਼ਾਂ ਬਹੁਤ ਜਲਦੀ ਸਿੱਖ ਸਕਦਾ ਔਰ ਸਾਨੂੰ ਉਹਨਾਂ ਨੂੰ ਸਿਖਾਉਣ ਦਾ ਪ੍ਰਯਾਸ ਕਰਨਾ ਚਾਹੀਦਾ ਜੀ। ਔਰ ਜੇ ਗੱਲ ਕੀਤੀ ਜਾਵੇ ਪੜ੍ਹਨ ਦੇ ਸਥਾਨ ਦੀ, ਕਿਹੋ ਜਿਹਾ ਹੋਣਾ ਚਾਹੀਦਾ ਹੈ ਸਾਡਾ ਆਲਾ ਦੁਆਲਾ ਜਦੋਂ ਅਸੀਂ ਪੜ੍ਹਦੇ ਹਾਂ, ਕਿਉਂਕਿ ਹੁਣ ਜਿਹੜਾ ਸਮਾਂ ਆ ਗਿਆ ਘਰ ਬੈਠ ਕੇ ਹੀ ਅਸੀਂ ਪੜ੍ਹਨਾ ਆ, ਸਕੂਲ ਤੇ ਆਪਾਂ ਜਾ ਨਹੀਂ ਸਕਦੇ, ਸਕੂਲ ਫਿਰ ਤੋਂ ਬੰਦ ਹੋ ਗਏ, ਤੇ ਉਹ ਏਰੀਆ ਕਿਹੋ ਜਿਹਾ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਦਾ ਆਪਾਂ ਨੂੰ ਆਪਣਾ ਰੂਮ ਬਣਾਉਣਾ ਚਾਹੀਦਾ? ਦੇਖੋ ਆਪਣਾ ਆਈਡੀਅਲ ਸਿਚੁਏਸ਼ਨ ਤਾਂ ਇਹੀ ਹੈ ਕਿ ਹਰ ਬੱਚੇ ਦਾ ਆਪਣਾ ਕਮਰਾ ਹੋਏ ਔਰ ਉਹਦੇ ਤੇ ਟੇਬਲ ਤੇ ਔਰ ਚੇਅਰ ਜ਼ਰੂਰ ਮੌਜੂਦ ਹੋਏ, ਕਿਉਂਕਿ ਜਦੋਂ ਅਸੀਂ ਬੈੱਡ ਤੇ ਬੈਠ ਕੇ ਪੜ੍ਹਦੇ ਹਾਂ ਤੇ ਉਹਦੇ ਨਾਲ ਸਾਡਾ ਪੋਸਚਰ ਵੀ ਖਰਾਬ ਹੁੰਦਾ ਔਰ ਬੈੱਡ ਸੌਣ ਵਾਸਤੇ ਹੈ। ਅਸੀਂ ਜਦ ਵੀ ਬੈੱਡ ਤੇ ਬੈਠ ਕੇ ਪੜਾਂਗੇ ਮੈਨੂੰ ਪਹਿਲਾ ਧਿਆਨ ਆਏਗਾ ਕਿ ਮੈਂ ਥੋੜੀ ਦੇਰ ਵਾਸਤੇ ਸੌ ਜਾ। ਸੋ ਇਸ ਕਰਕੇ ਸਾਨੂੰ ਟੇਬਲ ਔਰ ਚੇਅਰ ਤੇ ਬੈਠ ਕੇ ਹੀ ਪੜ੍ਹਨਾ ਚਾਹੀਦਾ, ਸਾਡਾ ਪ੍ਰਯਾਸ ਇਹੀ ਹੋਣਾ ਚਾਹੀਦਾ ਔਰ ਉਸ ਵੇਲੇ ਕਮਰੇ 'ਚ ਕੋਈ ਡਿਸਟਰੈਕਸ਼ਨ ਨਾ ਹੋਏ। ਔਰ ਮੈਂ ਬੱਚਿਆਂ ਨੂੰ ਐਡਵਾਈਸ ਕਰਦੀ ਹਾਂ ਕਿ ਜਦੋਂ ਸਾਨੂੰ ਗੈਜਟਸ ਨਹੀਂ ਚਾਹੀਦੇ, ਜਿੱਦਾਂ ਲੈਪਟਾਪ ਹੈ ਜਾਂ ਫੋਨ ਹੈ, ਉਹਨੂੰ ਅਸੀਂ ਆਪਣੇ ਨੇੜੇ ਵੀ ਨਾ ਰੱਖੀਏ। ਨਹੀਂ ਤਾਂ ਅੱਜ ਕੱਲ ਕੀ ਹੈ ਕਿ ਉਹਦੇ 'ਚ ਫੇਸਬੁੱਕ ਦੀ ਨੋਟੀਫਿਕੇਸ਼ਨ ਆ ਗਈ, ਇੰਸਟਾਗ੍ਰਾਮ ਦੀ ਆ ਗਈ, ਮੈਨੂੰ ਲੱਗਦਾ ਮੈਂ 1 ਮਿੰਟ ਦੇਖ ਲਾਂ, ਯੂ ਨੋ। ਸੋ ਉਹ ਜਿਹੜਾ ਫਿਰ ਮੇਰਾ ਜਿਹੜਾ ਹੈ ਡਿਸਟਰੈਕਸ਼ਨ, ਕਿਉਂਕਿ ਹੋ ਸਕਦਾ ਮੇਰਾ 1 ਮਿੰਟ 5 ਮਿੰਟ ਹੋ ਜਾਏ, 5 ਮਿੰਟ 10 ਮਿੰਟ ਹੋ ਜਾਣ ਔਰ ਬਾਅਦ 'ਚ ਮੈਂ ਸੋਚਾਂ ਕਿ ਮੇਰਾ ਤਾਂ ਸਮਾਂ ਹੀ ਖਰਾਬ ਹੋ ਗਿਆ। ਸੋ ਅਕਲਮੰਦੀ ਤੇ ਇਹ ਹੈ ਕਿ ਜਦੋਂ ਮੈਨੂੰ ਉਹ ਗੈਜਟ ਚਾਹੀਦੇ ਆ ਮੈਂ ਤਦੋਂ ਹੀ ਉਹਦਾ ਇਸਤੇਮਾਲ ਕਰਾਂ ਔਰ ਅਦਰਵਾਈਜ਼ ਮੈਂ ਉਹਦੇ ਇਸਤੇਮਾਲ ਤੋਂ ਬਚਾਂ। ਔਰ ਬਹੁਤ ਜ਼ਿਆਦਾ ਬੱਚੇ ਕਈ ਵਾਰ ਇਹ ਸੋਚਦੇ ਆ ਕਿ ਮੈਂ ਮਿਊਜ਼ਿਕ ਨਾਲ ਸੁਣਦਾ, ਠੀਕ ਹੈ, ਜਾਂ ਮੈਂ ਨਾਲ ਸੁਣਾ ਮੈਂ ਬੈਟਰ ਪੜ੍ਹਦਾ, ਲੇਕਿਨ ਜਿਹੜੀ ਮਲਟੀਟਾਸਕਿੰਗ ਹੈ ਮਲਟੀਟਾਸਕਿੰਗ ਬਾਰੇ ਮੈਂ ਹਾਂਜੀ ਮਲਟੀਟਾਸਕਿੰਗ ਹੈ ਜਾਂ ਇਦਾਂ ਸਾਡਾ ਬ੍ਰੇਨ ਉਹਨਾਂ ਡਿਵਾਈਡ ਹੁੰਦਾ। ਅਸੀਂ ਜੇ ਪੜ੍ਹ ਵੀ ਲਿਆ ਤੇ ਮੈਨੂੰ ਫਟੀਗ ਜ਼ਿਆਦਾ ਹੋਏਗਾ, ਬਾਅਦ 'ਚ ਮੈਂ ਫੀਲ ਕਰਦਾ ਮੈਂ ਥੱਕ ਗਿਆ, ਠੀਕ ਹੈ, ਕਿਉਂਕਿ ਅਸੀਂ ਆਪਣੇ ਬ੍ਰੇਨ ਤੋਂ ਜਿੰਨਾ ਮਰਜ਼ੀ ਕੰਮ ਲੈ ਸਕਦੇ ਹਾਂ। ਹਿਊਮਨ ਬ੍ਰੇਨ ਇਜ਼ ਲਾਈਕ ਕੰਪਿਊਟਰ, ਤੁਸੀਂ ਉਹਦੇ ਤੋਂ ਕਿੰਨਾ ਵੀ ਕੰਮ ਲੈ ਸਕਦੇ ਹਾਂ, ਲੇਕਿਨ ਜੇ ਮੈਂ ਚਾਹਨਾ ਕਿ ਉਹ ਆਪਣੀ ਫੁੱਲ ਕਪੈਸਿਟੀ ਤੇ ਵਰਕ ਕਰੇ, ਤੁਸੀਂ ਜੇ ਕੰਪਿਊਟਰ ਦੀ ਭਾਸ਼ਾ 'ਚ ਖੋਲੋ, ਜੇ 2-3 ਫਾਈਲਸ ਖੁੱਲ ਗਈਆਂ ਤੇ ਕੰਪਿਊਟਰ ਕਿੱਦਾਂ ਵਰਕ ਕਰੇਗਾ? ਇੱਕ ਸਮੇਂ ਤੇ ਇੱਕ ਕੰਮ ਕੀਤਾ ਜਾਏ। ਅਸੀਂ ਸੋਚਦੇ ਹਾਂ ਕਿ ਅਸੀਂ ਉਹਨੂੰ ਰਿਲੈਕਸ ਕਰ ਰਹੇ ਹਾਂ, ਲੇਕਿਨ ਸ਼ਾਇਦ ਉਹਦੇ ਤੋਂ ਲੋਡ ਜ਼ਿਆਦਾ ਪੈ। ਜਦੋਂ ਤੁਸੀਂ ਗਾਣੇ ਸੁਣ ਰਹੇ ਹੋ, ਗਾਣੇ ਹੀ ਸੁਣੋ। ਅੱਜ ਕੱਲ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਆਪਣੇ ਸਕੂਲ 'ਚ ਅਸੀਂ ਨਰਸਰੀ ਕਲਾਸ ਤੋਂ ਬੱਚਿਆਂ ਨੂੰ ਮਾਈਂਡਫੁਲਨੈਸ ਸਿਖਾਉਂਦੇ ਹਾਂ। ਅੱਛਾ ਜੀ। ਹਾਂ, ਸੋ ਮਾਈਂਡਫੁਲਨੈਸ ਦਾ ਕੀ ਮਤਲਬ ਹੈ? ਟੂ ਬੀ ਪ੍ਰੈਜ਼ੈਂਟ ਹੇਅਰ ਐਂਡ ਨਾਓ। ਮੈਂ ਇਸ ਵੇਲੇ ਸਿਰਫ ਉਹੀ ਚੀਜ਼ ਕਰ ਰਿਹਾ। ਜਦੋਂ ਖਾਣਾ ਖਾ ਰਹੇ ਹੁੰਦੇ ਤਦੋਂ ਵੀ ਅਸੀਂ ਉਹਨੂੰ ਕਹਿੰਦੇ ਸਿਰਫ ਖਾਣਾ ਖਾਣਾ ਬੇਟਾ, ਜੀ ਹੈ ਨਾ। ਮੈਂ ਐਡਵਾਈਸ ਕਰਦੀ ਹਾਂ ਬੱਚਿਆਂ ਨੂੰ, ਸਾਰਿਆਂ ਨੂੰ ਕਿ ਟੀਵੀ ਦੇਖਣ ਵੇਲੇ ਖਾਣਾ ਨਾ ਖਾਓ, ਖਾਣਾ ਖਾਣ ਵੇਲੇ ਟੀਵੀ ਨਾ ਦੇਖੋ। ਜਦੋਂ ਖਾਣਾ ਖਾ ਰਹੇ ਖਾਣੇ ਬਾਰੇ ਹੀ ਸੋਚੋ, ਪੂਰਾ ਧਿਆਨ ਰੱਖੋ। ਅਸੀਂ ਕਈ ਵਾਰੀ ਖਾਣ ਵੇਲੇ ਪਤਾ ਨਹੀਂ ਚੱਲਦਾ ਮੈਂ ਖਾਦਾ ਕੀ ਹੈ, ਕਿਉਂਕਿ ਮੈਂ ਤਾਂ ਟੀਵੀ ਦੇਖ ਰਿਹਾ ਸੀਗਾ, है ना, और टीवी देखने वेले में कोई और काम कर जाना। तो जेड़ा वे असी बच्चों ਨੂੰ ਅੱਜਕੱਲ ਇਹੀ ਟ੍ਰੇਨ ਕਰ ਰਹੇ ਹਾਂ ਕਿ ਬੀ ਪ੍ਰੈਜ਼ੈਂਟ ਹੇਅਰ, ਫੁੱਲੀ ਜੋ ਕਰ ਰਹੇ ਆ ਉਹੀ ਚੀਜ਼ ਨੂੰ ਕਰੋ, ਤੁਸੀਂ ਉਹਦੇ ਵੱਲ ਹੀ ਆਪਣਾ ਪੂਰਾ ਧਿਆਨ ਦਿਓ। ਤੇ ਤੁਹਾਨੂੰ ਫਿਰ ਕਦੀ ਵੀ ਕਲਾਸ 'ਚ ਜਦੋਂ ਟੀਚਰ ਪੜ੍ਹਾ ਕੇ ਕੋਈ ਵੀ ਚੀਜ਼ ਨਿਕਲਦਾ, ਅੱਧੇ ਬੱਚਿਆਂ ਨੂੰ ਸਮਝ ਆ ਗਈ, ਅੱਧੇ ਕਿਉਂਕਿ ਉਹ ਕਲਾਸਰੂਮ ਤੋਂ ਬਾਹਰ ਦੇਖ ਰਹੇ ਸੀ ਜਾਂ ਕੁਝ ਹੋਰ ਹੀ ਸੋਚ ਰਹੇ ਸੀ। ਜੀ ਡਾਕਟਰ ਸਾਹਿਬ, ਤੁਸੀਂ ਇੱਕ ਮਨੋਵਿਗਿਆਨਿਕ ਵੀ ਹੋ ਔਰ ਤੁਸੀਂ ਸਿੱਖਿਆ ਦੇ ਖੇਤਰ 'ਚ ਵੀ ਆਪਣੀ ਸੇਵਾਵਾਂ ਨਿਭਾ ਰਹੇ ਹੋ। ਅੱਜ ਬਹੁਤ ਖੂਬਸੂਰਤ ਗੱਲਾਂ ਤੁਸੀਂ ਦੱਸੀਆਂ, ਵਾਕਈ ਕਿਸ ਤਰ੍ਹਾਂ ਸਿੱਖਿਆ ਨੂੰ ਅਸੀਂ ਰੋਚਕ ਬਣਾ ਸਕਦੇ ਹਾਂ, ਐਜੂਕੇਸ਼ਨ ਦੇ ਥਰੂ ਵੀ, ਪਾਲਿਸੀਜ਼ ਦੇ ਥਰੂ ਵੀ, ਔਰ ਆਪਣੇ ਜਿਹੜੀ ਸਾਡੀ ਕੋਸ਼ਿਸ਼ਾਂ ਵੀ। ਸਾਡੇ ਵਿਦਿਆਰਥੀਆਂ ਲਈ, ਸਾਡੀ ਆਡੀਅנס ਲਈ, ਸਾਡੇ ਦਰਸ਼ਕਾਂ ਲਈ ਤੁਹਾਡੇ ਜਿਹੜੇ ਹੈ ਕੋਈ ਸੰਦੇਸ਼ ਅਸੀਂ ਜ਼ਰੂਰ ਲੈਣਾ ਚਾਹਾਂਗੇ। ਜੀ देखो, मैं माता सब तो पहले मैं चाहती हाँ कि जे असी अपने देश अपने समाज विद्या के क्षेत्र च परिवर्तन लैके आना है तो सानू सारिਆਂ ਨੂੰ अपनी सोचनी का बदलाव करना पएगा। असी बहुत बार सरकार नू या स्कूलों कॉलेजों नू इहदा इल्ज़ाम देने आ, लेकिन गल यही है कि सानू ऐ समझ के कि असी सारिਆਂ ने मिल के वो बदलाव लैके आना है अपने बच्चों की बेहतरी वास्ते, अपनी देश की बेहतरी वास्ते। और उहदे वास्ते असी ज़रूरी है कि असी अपने बच्चों
ਵਾਸਤੇ ਅੱਛੇ ਸਕੂਲ ਕਾਲਜ ਦਾ ਚਲਨ ਕਰਕੇ ਉਹਨਾਂ ਤੇ ਵਿਸ਼ਵਾਸ ਰੱਖੀਏ ਕਿ ਉਹ ਜੋ ਕਰ ਰਹੇ ਨੇ ਉਹ ਠੀਕ ਕਰ ਰਹੇ ਨੇ। ਔਰ ਟੀਚਰ ਦੀ ਜਿਹੜੀ ਇੱਕ ਅਸੀਂ ਸਾਡੀ ਗੁਰੂ ਸਿੱਖਿਆ ਪਰੰਪਰਾ ਹੈ ਜਿਹਦੇ ਵਿੱਚ ਅਸੀਂ ਟੀਚਰ ਨੂੰ ਗੁਰੂ ਬਿਲਕੁਲ ਭਗਵਾਨ ਬਣ ਕੇ ਉਹ ਕਰਦੇ ਸੀ, ਅਸੀਂ ਉਹਨੂੰ ਬਣਾ ਕੇ ਰੱਖੀਏ ਤਾਂ ਕਿ ਅਸੀਂ ਮਨ ਤੋਂ ਆਪਣੇ ਬੱਚਿਆਂ ਨੂੰ ਟੀਚਰ ਦੀ ਔਰ ਐਜੂਕੇਸ਼ਨ ਦੀ ਕਦਰ ਕਰਨਾ ਸਿਖਾਈਏ। ਔਰ ਟੀਚਰ ਦਾ ਵੀ ਇਹ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਸਿਰਫ ਮਾਰਕਸ ਦੇ ਪ੍ਰਤੀ ਨਾ ਕਰਕੇ ਆਪਣੇ ਸਬਜੈਕਟ ਨੂੰ ਪੂਰੀ ਤਰ੍ਹਾਂ ਅੰਡਰਸਟੈਂਡ ਕਰਾ ਕੇ ਤਾਂ ਕਿ ਉਹ ਜੀਵਨ ਭਰ ਨੌਲੇਜ ਨੂੰ ਆਪਣੀ ਲਰਨਿੰਗ ਨੂੰ ਕਾਇਮ ਰੱਖ ਸਕਣ। ਟੀਚਰ ਵੀ ਉਹਨੂੰ ਰੋਚਕ ਤੋਂ ਰੋਚਕ ਢੰਗ ਨਾਲ ਪੜ੍ਹਾਏ ਔਰ ਬੱਚੇ ਔਰ ਮਾਂ-ਬਾਪ ਵੀ ਪੜ੍ਹਾਈ ਨੂੰ ਜਿੰਨਾ ਸ਼ੌਂਕ ਨਾਲ ਕਰਨ, ਰੋਚਕ ਢੰਗ ਨਾਲ ਕਰਨ ਤਾਂ ਕਿ ਉਹਨਾਂ ਨੂੰ ਜੀਵਨ 'ਚ ਉਹਦਾ ਫਾਇਦਾ ਹੋ ਸਕੇ। ਇਸ ਚੀਜ਼ ਦਾ ਸਾਨੂੰ ਪ੍ਰਯਾਸ ਕਰਨਾ ਚਾਹੀਦਾ। ਡਾਕਟਰ ਰਸ਼ਮੀ ਵਿੱਜ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਬਹੁਤ ਜਾਣਕਾਰੀ ਭਰਪੂਰ ਗੱਲਾਂ ਬਾਤਾਂ ਕੀਤੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ।